गुरु गरीब निवाज, सारी संगत गज के बोलना सतनाम श्री वाहेगुरु जी। तुम शरणाई आया ठाकुर, तुम शरणाई आया, तुम शरणाई आया ठाकुर, तुम शरणाई आया। उतर गयो मेरे मन का संसार, उतर गयो मेरे मन का संसार, उतर गयो मेरे मन का संसार। जब ते दर्शन पाया तुम शरणाई आया ठाकुर, तुम शरणाई आया, तुम शरणाई आया ठाकुर, तुम शरणाई आया। बोलत मेरी बिरथा जानी, अनबोलत मेरी बिरथा जानी, बोलत मेरी बिरथा जानी, अनबोलत मेरी बिरथा जानी। अपना नाम जपाया तुम शरणाई आया ठाकुर, तुम शरणाई आया, तुम शरणाई आया ठाकुर, तुम शरणाई आया। सुख सहज समाए, दुख नाथे सुख सहज समाए, दुख नाथे सुख सहज समाए, दुख नाथे सुख सहज समाए। अनंत अनंत गुण गाया तुम शरणाई आया ठाकुर, तुम शरणाई आया, तुम शरणाई आया ठाकुर, तुम शरणाई आया। बकर कटली ने अपने, बाह बकर कटली ने अपने, ग्रह अंधकूप ते माया, ग्रह अंधकूप ते माया, ग्रह अंधकूप ते माया।
ਕਹੋ ਨਾਨਕ ਗੁਰ ਬੰਧਨ ਕਾਟੇ, ਕਹੋ ਨਾਨਕ ਗੁਰ ਬੰਧਨ ਕਾਟੇ, ਕਹੋ ਨਾਨਕ ਗੁਰ ਬੰਧਨ ਕਾਟੇ, ਕਹੋ ਨਾਨਕ ਗੁਰ ਬੰਧਨ ਕਾਟੇ। ਸ਼ਿਰਤ ਆਨ ਮਿਲਾਇਆ, तुम सरनाई आया ठाकुर, तुम सरनाई आया, ਤੁਮ ਸਰਨਾਈ आया ठाकुर, तुम सरनाई आया, ਤੁਮ ਸਰਨਾਈ आया ठाकुर, तुम सरनाई आया। वाहे गुरु जी। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜੀ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰ ਰਹੀ ਬਹੁਤ ਹੀ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ, ਆਪਣੇ ਸਾਰਿਆਂ ਦੇ ਵੱਡੇ ਭਾਗ ਹਨ। ਆਪਾਂ ਨਾਮ ਜਪਣ ਵਾਲਿਆਂ ਦੀ ਯਾਦ ਅੰਦਰ ਨਾਮ ਜਪਣ ਦੇ ਸੁਹਾਵਣੇ ਸਮੇਂ ਨੂੰ ਹੰਢਾ ਰਹੇ ਹਾਂ। ਆਓ ਸਭ ਤੋਂ ਪਹਿਲਾਂ ਨਾਮ ਜਪਣ ਵਾਲੀ ਭਾਵਨਾ ਬਣਾ ਕੇ ਫਤਿਹ ਦਾ ਸਿਮਰਨ ਕਰੀਏ। ਗੁਰਬਾਣੀ ਦੇ ਸ਼ਬਦ ਦਾ ਕੀਰਤਨ ਸੁਣਿਆ, ਇਤਿਹਾਸ ਆਰੰਭ ਕਰਨ ਦੀ ਆਗਿਆ ਪ੍ਰਦਾਨ ਕਰੋ ਤੇ ਇੱਕੋ ਬਾਰ ਕਹਿਣ ਤੇ ਗੱਜ ਵੱਜ ਕੇ ਫਤਿਹ ਬੁਲਾਓ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾਤਾ ਜੀ ਦਾ, ਜਿਨ੍ਹਾਂ ਨੇ ਮਨੁੱਖਾ ਜਨਮ ਦੇ ਕੇ ਆਪਣੇ ਦਰ ਦੇ ਢਾਡੀ ਹੋਣ ਦਾ ਮਾਣ ਬਖਸ਼ਿਆ। ਧੰਨਵਾਦ ਗੁਰੂ ਕੀ ਸੰਗਤ ਦਾ, ਜਿਨ੍ਹਾਂ ਨੇ ਦਾਸਰਿਆਂ ਨੂੰ ਛੋਟੀ ਉਮਰ ਤੋਂ ਲੈ ਕੇ ਹੁਣ ਤੱਕ ਅਥਾਹ ਸਾਰਾ ਮਾਣ ਸਤਿਕਾਰ ਸਨਮਾਨ ਅਸੀਸਾਂ ਦੇ ਕੇ ਨਵਾਜਿਆ। ਗੁਰੂ ਅਤੇ ਗੁਰੂ ਕੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੋਇਆ ਸਿੱਖ ਕੌਮ ਦੇ ਮਹਾਨ ਜਰਨੈਲ ਬਲੀ ਬਹਾਦਰ ਜੋਧੇ ਸਿੰਘ ਸਾਹਿਬ ਬਾਬਾ ਅਗੜ ਸਿੰਘ ਸਾਹਿਬ, ਉਹਨਾਂ ਦੇ ਪਾਵਨ ਘਰ ਦੇ ਵਿੱਚ ਬਹਿ ਕੇ ਆਪਾਂ ਨੂੰ ਬੰਦਗੀ ਕਰਨ ਦਾ ਸੁਭਾਗਾ ਸਮਾਂ ਮਿਲਿਆ। ਨਾਮ ਜਪਣ ਵਾਲਿਆਂ ਦੀ ਸਿਫਤ ਜਦੋਂ ਅਸੀਂ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ ਤੇ ਸਤਿਗੁਰੂ ਸਾਹਿਬ ਕਹਿੰਦੇ ਨੇ ਕਿ ਇਸ ਸੰਸਾਰ ਦੇ ਉੱਤੇ ਜੋ ਵੀ ਆਇਆ ਉਹ ਸਾਰੇ ਚਲੇ ਗਏ। ਇੱਥੋਂ ਤੱਕ ਉਹ ਲੋਕ ਵੀ ਚਲੇ ਗਏ ਜਿਨ੍ਹਾਂ ਨੂੰ ਲੋਕ ਭਗਵਾਨ ਕਹਿੰਦੇ ਨੇ, ਜਿਨ੍ਹਾਂ ਨੂੰ ਲੋਕ ਰੱਬ ਕਹਿੰਦੇ ਨੇ, ਦੇਵੀ ਦੇਵਤੇ ਕਹਿੰਦੇ ਨੇ। ਗੁਰਬਾਣੀ ਦੇ ਅੰਦਰ ਸਤਿਗੁਰੂ ਕਹਿੰਦੇ ਰਾਮ ਗਇਓ, ਰਾਵਣ ਗਇਓ, ਜਾਂ ਕੋ ਬਹੁ ਪਰਿਵਾਰ, ਉਹ ਚਲੇ ਗਏ। ਜਿਹੜੇ ਵੀ ਸੰਸਾਰ ਦੇ ਉੱਤੇ ਵੱਡੇ ਤੋਂ ਵੱਡੇ ਬੰਦੇ ਵੀ ਆਏ ਉਹ ਸਾਰੇ ਚਲੇ ਗਏ, ਪਰ ਜੇ ਕੋਈ ਰਿਹਾ ਤਾਂ ਕੌਣ ਰਿਹਾ? ਗੁਰਬਾਣੀ ਦੇ ਅੰਦਰ ਲਿਖਿਆ ਕਹਿੰਦੇ ਨਾਮ ਰਹਿਓ, ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ। ਨਾਮ ਨਹੀਂ ਮਰਦਾ ਤੇ ਨਾਮ ਜਪਣ ਵਾਲੇ ਨਹੀਂ ਮਰਦੇ। ਨਾਮ ਜਪਣ ਵਾਲੇ ਮਹਾਂਪੁਰਖ ਬਾਬਾ ਰਾਮ ਸਿੰਘ ਸਾਹਿਬ, ਉਹਨਾਂ ਦੇ ਚਰਨਾਂ ਦੇ ਵਿੱਚ ਆਪਾਂ ਸੁਰਤੀ ਜੋੜਨ ਵਾਸਤੇ ਆਏ ਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰੀ ਲਗਵਾਉਣ ਵਾਸਤੇ ਆਏ ਆ। ਨਾਮ ਜਪਣ ਵਾਲਿਆਂ ਨੂੰ ਯਾਦ ਕਰਨਾ ਇਹ ਬੜੇ ਉੱਤਮ ਭਾਗਾਂ ਦੀ ਨਿਸ਼ਾਨੀ ਹੈ। ਇਕੋ ਥੋੜੀ ਜਿਹੀ ਘੱਟ ਕਰ ਦਿਓ ਜੀ, ਇਕੋ ਥੋੜੀ ਜਿਹੀ ਘੱਟ ਕਰ ਦਿਓ। ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਸਾਡਾ ਤੁਹਾਡਾ ਮੁਹੱਬਤ ਦਾ ਰਿਸ਼ਤਾ ਦੁੱਗਣਾ ਚੌਗਣਾ ਗੂੜਾ ਹੋ ਜਾਵੇ, ਇਸ ਲਈ ਇਤਿਹਾਸ ਦਾ ਵਰਕਾ ਆਪ ਜੀ ਦੀ ਸੇਵਾ ਵਿੱਚ ਕਹਿਣ ਲੱਗਾ। ਮੇਰੇ ਤੋਂ ਪਹਿਲਾਂ ਸਤਿਕਾਰਯੋਗ ਗਿਆਨੀ ਹਰਭਜਨ ਸਿੰਘ ਜੀ ਸੋਤਲਾਂ ਵਾਲੇ ਬਹੁਤ ਸੁੰਦਰ ਢੰਗ ਦੇ ਨਾਲ ਕੀਰਤਨ ਕਰਕੇ ਗਏ ਨੇ। ਸਮੁੱਚੇ ਜਥੇ ਦੀ ਚੜ੍ਹਦੀ ਕਲਾ ਦੀ ਕਾਮਨਾ ਗੁਰੂ ਚਰਨਾਂ ਵਿੱਚ ਕਰਦਾ ਹਾਂ। ਸਤਿਕਾਰਯੋਗ ਸਾਡੇ ਪਰਮ ਪਿਆਰੇ ਭਾਜੀ ਰਣਧੀਰ ਸਿੰਘ ਜੀ ਬਹੁਤ ਅੱਛੇ ਢੰਗ ਦੇ ਨਾਲ ਉਹਨਾਂ ਨੇ ਆਪਣੇ ਸੁੰਦਰ ਵਿਚਾਰਾਂ ਦੀ ਸਾਂਝ ਆਪ ਜੀ ਦੇ ਨਾਲ ਪਾਈ ਹੈ। ਮੈਂ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦਾ। ਬੜੇ ਉੱਗੇ ਪੰਥ ਦਰਦੀ ਹਨ, ਪੰਥ ਦੇ ਭਵਿੱਖ ਵਾਸਤੇ ਚਿੰਤਤ ਰਹਿੰਦੇ ਹਨ। ਉਹਨਾਂ ਨੇ ਅਕਾਲੀ ਸ਼ਬਦ ਦੀ ਪਰਿਭਾਸ਼ਾ ਆਪ ਜੀ ਦੇ ਨਾਲ ਸਾਰਿਆਂ ਨਾਲ ਸਾਂਝੀ ਕੀਤੀ ਹੈ। ਤਾਂ ਜਿਹੜਾ ਅਕਾਲ ਪੁਰਖ ਤੇ ਓਟ ਲੈ ਲੈਂਦਾ ਹੈ ਉਹ ਕਿੱਡਾ ਚਟਾਨ ਵਰਗੇ ਜਿਗਰੇ ਦਾ ਮਾਲਕ ਬਣ ਜਾਂਦਾ ਹੈ। ਬਸ ਆ ਮੈਂ ਆਪ ਜੀ ਦੀ ਸੇਵਾ ਦੇ ਵਿੱਚ ਪ੍ਰਕਰਣ ਕਹਿਣਾ, ਇੱਕ ਇੱਕ ਸ਼ਬਦ ਨੂੰ ਮਨ ਵਿੱਚ ਜਗ੍ਹਾ ਦੇਣੀ। ਸਮਾਂ ਜਿਹੜਾ 1 ਘੰਟੇ ਦਾ ਅਨਾਉਂਸ ਹੋਇਆ ਤੇ ਸੈਕਟਰੀ ਸਾਹਿਬ ਨੇ 15 ਮਿੰਟ ਹੋਰ ਵਧਾ ਦਿੱਤੇ, ਕਹਿੰਦੇ 1.25 ਘੰਟਾ ਤੁਸੀਂ ਹਾਜ਼ਰੀ ਭਰਨੀ ਹੈ। ਬੜਾ ਲੰਬਾ ਸਮਾਂ 1.25 ਘੰਟਾ ਸਾਡੇ ਵਾਸਤੇ ਬਹੁਤ ਟਾਈਮ ਹੈ ਤੇ ਸਾਡੇ ਵਾਸਤੇ ਗੁਰੂ ਦਾਤਾ ਜੀ ਦੇ ਚਰਨਾਂ 'ਚ ਅਰਦਾਸ ਕਰਿਓ ਕਿ ਆਪਾਂ ਸਤਿਗੁਰੂ ਜੀ ਦੇ ਚਰਨਾਂ ਨਾਲ ਆਪਣੀ ਸੁਰਤੀ ਜੋੜਨ ਵਿੱਚ ਸਫਲ ਹੋ ਜਾਈਏ। ਨਾਮ ਰਹਿਓ, ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ। ਨਾਮ ਨਹੀਂ ਮਰਦਾ ਤੇ ਨਾਮ ਜਪਣ ਵਾਲੇ ਨਹੀਂ ਮਰਦੇ। ਗੁਰੂ ਅਰਜਨ ਦੇਵ ਮਹਾਰਾਜ ਜੀ ਤਾਂ ਕਹਿੰਦੇ ਨੇ ਸੰਤ ਹਮਾਰਾ ਗਹਿਣਾ। ਆਪਾਂ ਨੂੰ ਗਹਿਣਿਆਂ ਨਾਲ ਕਿੰਨਾ ਪਿਆਰ ਹੈ ਨਾ। ਸੰਤ ਹਮਾਰੀ ਓਟ ਸਤਾਣੀ, ਹਮ ਸੰਤਨ ਕੀ ਸਰਣਾ। ਮਹਾਰਾਜ ਨੇ ਕਿੰਨੇ ਬਚਨ ਆਖੇ ਨੇ ਸੰਤਾਂ ਮਹਾਂਪੁਰਸ਼ਾਂ ਦੀ ਸਿਫਤ ਅੰਦਰ। ਬਾਬਾ ਰਾਮ ਸਿੰਘ ਸਾਹਿਬ ਜੀ ਦੇ ਚਰਨਾਂ ਵਿੱਚ ਨਮਸਕਾਰ ਹੈ। ਸਾਡੇ ਤੋਂ ਬਾਅਦ ਵਿੱਚ ਜਿਸ ਜਥੇ ਨੇ ਕੀਰਤਨ ਕਰਨਾ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਉਹ ਵੀ ਪੁੱਜ ਗਏ ਹਨ। ਇਸ ਲਈ ਮੈਂ ਉਹਨਾਂ ਤੇ ਤੁਹਾਡੇ ਵਿਚਕਾਰ ਬਹੁਤਾ ਚਿਰ ਦੀਵਾਰ ਨਾ ਬਣਦਾ ਹੋਇਆ ਇਤਿਹਾਸ ਦੀ ਬੰਦਗੀ ਕਹਿਣ ਲੱਗਾ। ਇਸ ਗੁਰੂ ਦੇ ਨਾਲ ਜੁੜਨਾ ਬੜੇ ਉੱਤਮ ਭਾਗਾਂ ਦੀ ਨਿਸ਼ਾਨੀ ਹੈ। ਜੁੜਿਆਂ ਦੀ ਜ਼ਿੰਦਗੀ ਆ, ਜਿਹੜਾ ਟੁੱਟ ਜਾਂਦਾ ਉਹਦੀ ਆਤਮਕ ਮੌਤ ਹੋ ਜਾਂਦੀ ਹੈ। ਇੱਕ ਵਾਰ ਪੱਤਾ ਟੁੱਟ ਜਾਵੇ ਦਰਖਤ ਨਾਲੋਂ ਉਹ ਦੁਬਾਰਾ ਜੋੜਿਆ ਨਹੀਂ ਜਾ ਸਕਦਾ। ਪੱਤਰ ਪ੍ਰਝੇਣ ਝੜੀਆਂ ਨਹਿ ਜੜੀਆਂ ਪੇੜ ਸੰਪਤਾ। ਇੱਕ ਵਾਰੀ ਪੱਤਾ ਟੁੱਟ ਗਿਆ ਦੁਬਾਰਾ ਜੋੜਿਆ ਨਹੀਂ ਜਾ ਸਕਦਾ। ਪਰ ਗੁਰੂ ਦਾ ਬੜਪਣ ਹੈ
जे कोई गुरु दे नालों टुट भी गया तो पातशाह कहते जे गुर की शरणी फिर वो आवे तब पिछले अवगुण बख्श लिया। पूरे गुरु दे चरनी लगना ये होर भी बड़े भागां दी निशानी आ। अधूरे गुरु जिहड़े आ वो बंदे नूं डोब दिंदे आ। गुरु गोबिंद सिंह महाराज जी दे नालों उम्र दे विच 4 साल छोटे सन बाबा बंदा सिंह बहादुर, 4 साल छोटे सन। 1670 विच उन्हां दा जन्म होया। 1684 विच उन्होंने शिकार खेडदे एक हिरनी का कतल किया, मन उपराम हो गया। बाद विच वो आप भी भटकदा रहा ते लोकां नूं भी भटकाउंदा रहा, लोकां नूं भी भटकाउंदा रहा, क्योंकि उही बंदा लोकां दे मन नूं टिकाओ दे सकदा जिहड़ा आप अंदरों टिकिया होवे। जिहड़ा आप अंदरों भटकना विच फसिया होया वो लोकां दी भटकना किते खत्म नहीं कर सकदा। उहने 3 गुरु धारण कीते पर 3 गुरुआं कोलों तसल्ली ना उहदी होई। 3 गुरु धारण करने के बावजूद भी 24-25 साल वो टक्कर ही मारते रहे। आखिरकार उसकी किस्मत खुली। दशमेश पिता महान सतगुरु बाजां वाले, बागां वाले, ताजां वाले, साजां वाले, रागां वाले, मिठियां आवाजां वाले पातशाह के डेरे में आए। महान सतगुरु जी ने बहुत बड़ी कृपा की। ਇਹਦੇ ਉੱਤੇ ਸਿਰ ਦੇ ਮਿਹਰ, ਇਹਦੇ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰੱਖਿਆ, ਬੜੀ ਭਾਰੀ ਬਖਸ਼ਿਸ਼ ਹੋ ਗਈ। ਇਹਨੂੰ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ। ਅੰਮ੍ਰਿਤਧਾਰੀ ਸੂਰਮਾ ਬਣਿਆ। ਦਸ਼ਮੇਸ਼ ਪਿਤਾ ਦੇ ਨਾਦੀ ਪੁੱਤਰਾਂ ਦੇ ਵਿੱਚ ਸ਼ਾਮਲ ਹੋਇਆ। ਅਕਾਲ ਪੁਰਖ ਵਾਹਿਗੁਰੂ ਜੀ ਦੀ ਐਸੀ ਕਿਰਪਾ ਹੋਈ। ਦਸ਼ਮੇਸ਼ ਪਿਤਾ ਜੀ ਨੇ ਆਪਣਾ ਜੱਥਾ ਦਿੱਤਾ, 20 ਸਿੱਖਾਂ ਦਾ ਜੱਥਾ, 5 ਗੁਰਮੁਖ ਪਿਆਰੇ, ਅਗਵਾਈ ਵਾਸਤੇ 5 ਪਿਆਰੇ, ਨਗਾਰਾ, ਹੁਕਮਨਾਮੇ। ਗੁਰੂ ਸਾਹਿਬ ਜੀ ਨੇ ਆਪਣੇ ਪੱਥੇ ਦੇ ਵਿੱਚੋਂ ਤੀਰ ਦਿੱਤੇ, कह दिता जिथे एक चला देगा परलो आ जाएगी। बाबा बंदा सिंह बहादुर जी के कोल एक बहुत बड़ा हथियार, वो जिथे खलोंदा है एक गल कहंदा कि गुरु के सिखो तुहानू सरहंद की दीवार आवाजा मारती है। ओ गुरु के सिखो तुहानू चमकौर की कच्ची गड़ी आवाजा मारती है। आओ दशमेश पिता दे डुले लहू का आपां बदला लैण वास्ते चलीए। पिंडां दे विचों मेरे वर्गे अनपढ़ बंदे वो बड़े आलोचना करते सन, सरकार ना टक्कर लैन चलिया, ये सफल नहीं होएगा। पर जेड़े भावना वाले सन, जिहदे हाथ में तंगली आई, मकतार आया, वो बाबा जी की फौज में शामिल हो गए। बड़ियां मल्लां मारियां। दिन प्रति दिन उन्होंने लोकप्रियता वधदी गई। समय की सरकार उन्होंने लोकप्रियता नूं बर्दाश्त ना कर सकी। 2 बार घेरा लोहगढ़ किले नूं पिया, 1 बार घेरा पसरूर इलाके दे अंदर बाबा बंदा सिंह बहादुर दीयां फौजां नूं पिया। पर यह घेरे तोड़ के, घेरे चीर के लंघ जाते सन। अज गुरदास नंगल की कच्ची हवेली दे विच बाबा बंदा सिंह बहादुर जी की आमद समय की सरकार नूं पता लगती है। जिथों मैं कहानी का आगाज करन लगा, एक बड़ी जरूरी अनाउंसमेंट है। काले रंग की हरियाणा नंबर गड्डी खड़ी है, वो गड्डी का नंबर है 5500। वो गड्डी आउंदे जांदे राहियां नूं बड़ी तकड़ी मुश्किल भारी पैदा कर रही है। सो जिहड़े मेरे वीर दी ये गड्डी आ, काले रंग की गड्डी आ, हरियाणा नंबर है 5500 नंबर गड्डी का, वो कृपा करके गड्डी की पार्किंग दुरुस्त तरीके दे नाल लगा दी जाए। एक गुरु घरां विच आया शब्द बड़ा मकबूल है, तो आपां नूं बड़ी बार सुनन नूं मिलिया होना। बाबे कियां अते बाबर कियां दी आपस विच टक्कर, बाबे कियां ते बाबर कियां दी टक्कर। बाबर बादशाह आया ते इधर गुरु नानक सच्चे पातशाह दुनिया नूं सरशार कर रहे सन। बाबर दे सामने भारत के बड़े बड़े खब्बी खान जिहड़े सन वो सारे गोडे टेक गए। पर इको शख्सियत सी जिन्हें बाबर नूं जाबर कहा। होर कोई 30 मार खान नहीं नितरिया, कोई समय की हुकूमत नहीं नितरी, कोई आर्मी नहीं अगे आई। केवल ते केवल साडे बापू गुरु नानक साहब ने कहा, बाबर तू पाप की जंज लैके आया तो तेरा भला नहीं होना, तू बहुत बड़ा गुनाह करने वास्ते आया। बाबर ने सतगुरु सच्चे पातशाह के कोलों असीस मंगी आ, वो भारत का बादशाह बनया। इधर गुरु महाराज की गद्दी के उत्ते धन गुरु अंगद दे महाराज बराजे, ते उधर बाबर का पुत हमाजू गद्दी के उत्ते बैठा। इधर गुरु अमरदास महाराज, गुरु रामदास महाराज गुरगद्दी के उत्ते आए, ते इधर ओदा पुत अगे अकबर बादशाह गद्दी के उत्ते आया। धन गुरु अर्जन देव महाराज गुरगद्दी के उत्ते बराजे, उधर अकबर का पुत जहांगीर गद्दी के उत्ते आया। इधर 6वें पातशाह 7वें पातशाह गुरगद्दी के उत्ते बैठे, उधर अकबर का पुत शाहजहां गद्दी के उत्ते आया। 8वें पातशाह गुरु हरकृष्ण महाराज, 9वें पातशाह सतगुरु गुरु तेग बहादुर महाराज गुरगद्दी के उत्ते बराजे। इधर सत संगत वो शाहजहां का पुत्र औरंगजेब गद्दी के उत्ते आया। बाबे क्या ते बाबर क्या की टक्कर वेखो किवें बराबर बराबर चल रही है। इधर
10 ਪਾਤਸ਼ਾਹੀਆਂ ਬਦਲ ਗਈਆਂ, ਉਧਰ 6 ਗੱਦੀਆਂ ਬਦਲ ਗਈਆਂ। ਸਮੇਂ ਦਾ ਪ੍ਰਧਾਨ ਮੰਤਰੀ ਅਕਬਰ ਬਾਦਸ਼ਾਹ ਦੀ ਥਾਂ ਦੇ ਉੱਤੇ ਔਰੰਗਜ਼ੇਬ ਬਾਦਸ਼ਾਹ ਆ ਗਿਆ। ਔਰੰਗਜ਼ੇਬ ਬਾਦਸ਼ਾਹ ਦਾ ਸਮਾਂ ਵੀ ਲੱਦ ਗਿਆ। ਇਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਸੀਸ ਦਿੱਤੀ ਹੈ। ਬਹਾਦਰ ਸ਼ਾਹ ਗੱਦੀ ਦੇ ਉੱਤੇ ਆਇਆ, ਬਹਾਦਰ ਸ਼ਾਹ ਮੁੱਕਰ ਗਿਆ। ਉਸ ਤੋਂ ਬਾਅਦ ਵਿੱਚ ਬਾਦਸ਼ਾਹ ਫਰਖਸ਼ੀਰ ਆ ਗਿਆ। ਮੁਗਲ ਹਕੂਮਤ ਦੀਆਂ ਜੜ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕਿਵੇਂ ਉਖਾੜ ਕੇ ਸਿੱਟੀਆਂ। ਸਭ ਤੋਂ ਪਹਿਲਾਂ ਗੁਰੂ ਨਾਨਕ ਨੇ ਬਾਬਰ ਨੂੰ ਚੈਲੰਜ ਕੀਤਾ ਕਿ ਬਾਬਰ ਤੂੰ ਜਾਬਰ ਹੈ, ਤੂੰ ਮੇਰੀ ਗੱਲ ਧਿਆਨ ਨਾਲ ਸੁਣ। ਸਤਿਗੁਰਾਂ ਨੇ ਕਿਹਾ ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ। ਐਡੀ ਜ਼ਰੂਰਤ ਨਹੀਂ ਸੀ ਕਿਸੇ ਵਿੱਚ ਕਿ ਬਾਬਰ ਦੀਆਂ ਅੱਖਾਂ ਚੱਖਾਂ ਪਾ ਕੇ ਗੁਰੂ ਨਾਨਕ ਤੋਂ ਬਿਨਾਂ ਹੋਰ ਕੋਈ ਕਹਿ ਸਕਦਾ। ਗੁਰੂ ਨਾਨਕ ਨੇ ਪਹਿਲੇ ਦਿਨ ਚੈਲੰਜ ਕੀਤਾ ਤੇ ਗੁਰੂ ਨਾਨਕ ਦੇ ਮੁਰੀਦਾਂ ਨੇ ਬਾਬਰ ਕਿਆਂ ਦੀਆਂ ਫਿਰ ਜੜ੍ਹਾਂ ਉਖਾੜ ਦਿੱਤੀਆਂ, ਸਰਹੰਦ ਫਤਿਹ ਕਰ ਲਿਆ। ਅੱਜ ਗੁਰਦਾਸ ਨੰਗਲ ਦੀ ਕੱਚੀ ਹਵੇਲੀ ਨੂੰ ਘੇਰਾ ਪਿਆ ਹੋਇਆ। ਸਤ ਸੰਗਤ ਸਮੇਂ ਦੀ ਸਰਕਾਰ ਹਰ ਹੱਥਕੰਡਾ ਵਰਤ ਰਹੀ ਹੈ। ਇਹ ਘੇਰਾ ਮਾਰਚ ਮਹੀਨੇ ਵਿੱਚ ਪਿਆ ਸੀ 1715 ਦੇ ਵਿੱਚ। 1715 ਦੀ 19 ਮਾਰਚ ਨੂੰ ਪਿਆ ਘੇਰਾ ਦਸੰਬਰ ਮਹੀਨਾ ਚੜ ਗਿਆ। 7-8 ਮਹੀਨੇ ਲੰਮਾ ਘੇਰਾ ਸੂਰਮੇ ਭੁੱਖ ਨੇ ਰੋਲ ਕੇ ਰੱਖ ਦਿੱਤੇ। ਇਤਿਹਾਸ ਕਹਿੰਦਾ ਹੈ ਕਿ ਦਰਖਤਾਂ ਦੇ ਪੱਤੇ ਉਬਾਲ ਕੇ ਬਿਨਾਂ ਲੂਣ ਤੋਂ ਵੀ ਸਿੱਖਾਂ ਨੇ ਖਾਧੇ। ਹਵੇਲੀ ਵਿੱਚ ਕਿੰਨੇ ਕੁ ਦਰਖਤ ਹੋ ਸਕਦੇ ਨੇ? ਹਵੇਲੀ ਵਿੱਚ ਕਿਹੜਾ ਬਾਗ ਬੀਜਿਆ ਹੋਣਾ? 5 ਨਹੀਂ ਤੇ 10 ਦਰਖਤ ਹੋਣਗੇ। ਦਰਖਤਾਂ ਦੇ ਪੱਤੇ ਵੀ ਚਰੂੰਡ ਕੇ ਸਿੱਖ ਖਾ ਗਏ, ਪਰ ਸਮੇਂ ਦੀ ਸਰਕਾਰ ਮੋਰੇ ਗੋਡੇ ਨਹੀਂ ਟੇਕੇ। ਅੱਜ ਸਮੇਂ ਦੀ ਸਰਕਾਰ ਨੇ ਦਸੰਬਰ ਮਹੀਨੇ ਵਿੱਚ ਚਿੱਠੀ ਲਿਖੀ ਹੈ ਕਿ ਕੁਰਾਨ ਪਾਕ ਦੀ ਕਸਮ ਹੈ ਸਾਨੂੰ, ਜੇ ਅਸੀਂ ਤੁਹਾਡੇ ਉੱਤੇ ਹਮਲਾ ਬੋਲੀਏ ਬਸ ਤੁਸੀਂ ਗੜੀ ਖਾਲੀ ਕਰਕੇ ਬਾਹਰ ਆ ਜਾਓ, ਤੁਹਾਨੂੰ ਪੂਰਨ ਮੁਆਫੀ ਅਤੇ ਸ਼ਾਹੀ ਜਗੀਰ ਦਿੱਤੀ ਜਾਏਗੀ। ਇਹ ਚਿੱਠੀ ਮਿਲਣ ਦੇ ਉੱਤੇ ਗੁਰਸਿੱਖਾਂ ਨੇ ਗੁਰਮਤਾ ਕੀਤਾ ਕਿ ਭਾਵੇਂ ਮੌਤ ਸਾਹਮਣੇ ਦਿਸਦੀ ਹੈ, ਸੂਰਮੇ ਭੁੱਖ ਨੇ ਰੋਲ ਕੇ ਰੱਖ ਦਿੱਤੇ ਸੀ। ਅੱਜ ਆਪਾਂ ਕਿਤੇ ਟੈਲੀਵਿਜ਼ਨਾਂ ਦੇ ਉੱਤੇ ਵੇਖਦੇ ਹਾਂ, ਕੋਈ ਬੰਦਾ ਭੁੱਖ ਹੜਤਾਲ ਦੇ ਉੱਤੇ ਬਹਿੰਦਾ ਹੈ ਤੇ ਟੈਲੀਵਿਜ਼ਨ ਵਾਲੇ ਪਹਿਲਾਂ ਚੈਨਲ ਲੈ ਕੇ ਬਹਿ ਜਾਂਦੇ ਵੀ ਅੱਜ ਇਹਦਾ ਇੰਨਾ ਭਾਰ ਘਟ ਗਿਆ, ਅੱਜ ਇਹਦੀ ਸਿਹਤ ਵਿੱਚ ਆਹ ਗਿਰਾਵਟ ਆ ਗਈ। 20 ਦਿਨ ਭੁੱਖ ਹੜਤਾਲ ਦੇ ਉੱਤੇ ਰਵੇ ਤੇ ਜਦੋਂ ਦੀ ਭੁੱਖ ਹੜਤਾਲ ਖਤਮ ਹੁੰਦੀ ਤੇ ਉਹਨੂੰ ਚੁੱਕ ਕੇ ਲਿਜਾਇਆ ਜਾਂਦਾ 20 ਦਿਨਾਂ ਬਾਅਦ। 20 ਦਿਨਾਂ ਬਾਅਦ ਉਹਦੇ ਵਿੱਚ ਸਤਿਆ ਨਹੀਂ ਹੁੰਦੀ ਸਰੀਰ ਵਿੱਚ ਕਿ ਉਹ ਆਪਣੇ ਪੈਰੀਂ ਖਲੋ ਸਕੇ। ਤੁਸੀਂ ਖਿਆਲ ਕਰੋ ਯਾਰੋ, 8 ਮਹੀਨੇ ਦਾ ਲੰਮਾ ਘੇਰਾ, 8 ਮਹੀਨੇ ਦੇ ਫਾਕੇ ਸਿੱਖਾਂ ਨੇ ਕਿੱਦਾਂ ਕੱਟੇ ਹੋਣਗੇ। ਸਤ ਸੰਗਤ, ਗੜੀ ਦਾ ਦਰਵਾਜ਼ਾ ਖੁੱਲਿਆ। ਇਹਨਾਂ ਜ਼ਾਲਮ ਲੋਕਾਂ ਨੇ ਕਸਮਾਂ ਮਿੱਟੀ ਵਿੱਚ ਮਿਲਾ ਦਿੱਤੀਆਂ, ਆਪਣੇ ਸਿਰ ਵਿੱਚ ਗਦਾਰੀ ਦੀ ਸੁਆਹ ਪਾ ਕੇ, ਆਪਣੇ ਮੂੰਹ ਦੇ ਉੱਤੇ ਦਗੇਬਾਜ਼ੀ ਦੀ ਕਾਲਖ ਮਲ ਕੇ ਭੁੱਖੇ ਬਘਿਆੜਾਂ ਵਾਂਗ ਸਿੱਖਾਂ ਦੇ ਉੱਤੇ ਟੁੱਟ ਪਏ। 200 ਸਿੱਖ ਨੂੜ ਕੇ ਸਿਪਾਹੀਆਂ ਦੇ ਸਾਹਮਣੇ ਸੁੱਟਿਆ ਗਿਆ, ਉਹਨਾਂ ਦੇ ਟੁਕੜੇ ਟੁਕੜੇ ਕਰ ਦਿੱਤੇ ਗਏ। ਮੌਤ ਕੀ ਹੈ? ਬਰਸੀ ਆਪਾਂ ਮਨਾਉਂਦੇ ਆ ਨਾ, ਬਰਸੀ ਦਾ ਮਤਲਬ ਹੈ ਹਰ ਬਰਸ ਯਾਦ ਕਰਨਾ, ਵਰਸ ਬਾਅਦ ਸਾਲ ਬਾਅਦ ਯਾਦ ਕਰਨਾ। ਬਰਸੀਆਂ ਕਿਹਨਾਂ ਦੀਆਂ ਮਨਾਈਆਂ ਜਾਂਦੀਆਂ? ਜਿਹੜੇ ਇੱਕ ਦੇ ਨਾਲ ਜੁੜ ਜਾਂਦੇ ਆ, ਜਿਹੜੇ ਗੁਰੂ ਸਾਹਿਬ ਦੇ ਨਾਲ ਜੁੜ ਜਾਂਦੇ ਆ। ਜੁੜਿਆਂ ਦੀ ਕਹਾਣੀ, ਜਿਹੜੇ ਇੱਕ ਥਾਂ ਜੁੜ ਗਏ ਉਹ ਟੁੱਟਦੇ ਨਹੀਂ ਹੈ। ਉਹ ਕੱਟੇ ਜਾ ਸਕਦੇ ਨੇ, ਉਹ ਪੀੜੇ ਜਾ ਸਕਦੇ ਨੇ, ਮਾਰੇ ਜਾ ਸਕਦੇ ਨੇ, ਸ਼ਹੀਦ ਕੀਤੇ ਜਾ ਸਕਦੇ ਨੇ, ਪਰ ਉਹ ਟੁੱਟਦੇ ਨਹੀਂ ਹੈ। ਜਿਹੜਾ ਜੁੜ ਗਿਆ ਉਹ ਸਦੀਵੀ ਤੌਰ ਦੇ ਉੱਤੇ ਜੁੜ ਗਿਆ। ਸਤ ਸੰਗਤ, ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 300 ਸਾਥੀਆਂ ਨੂੰ ਨੂੜਿਆ ਗਿਆ ਤੇ 200 ਸਾਥੀ ਕਤਲ ਕਰ ਦਿੱਤੇ ਗਏ ਤੇ ਕਤਲ ਹੋ ਚੁੱਕੇ ਸ਼ਹੀਦਾਂ ਦੇ ਪੇਟ ਪਾੜ ਕੇ ਵੇਖੇ ਗਏ ਕਿ ਇਹਨਾਂ ਨੇ ਹੀਰੇ ਸੋਨਾ ਚਾਂਦੀ ਕਿਤੇ ਗਲਸ਼ ਨਾ ਲਿਆ ਹੋਵੇ, ਨਿਗਲ ਨਾ ਲਈਆਂ ਹੋਣ ਮੋਹਰਾਂ। ਕਈ ਤੜਫਦੇ ਸਿੱਖਾਂ ਦੇ ਪੇਟ ਚਾਕ ਕੀਤੇ ਗਏ, ਪਰ ਅੰਦਰੋਂ ਮਿਲਣਾ ਹੀ ਕੀ ਸੀ? ਸਤ ਸੰਗਤ, ਆਖਰਕਾਰ ਇਹ ਸਿੱਖਾਂ ਦੇ ਸਿਰਾਂ ਦੇ ਨੇਜੇ ਆਪਣੇ ਹੱਥਾਂ ਵਿੱਚ ਫੜ ਕੇ ਲਾਹੌਰ ਵੱਲ ਨੂੰ ਚੱਲੇ ਹਨ। ਬਹੁਤ ਦਮਗੱਜੇ ਮਾਰਦੇ, ਜਿੱਤ ਦੇ ਢੋਲ ਵਜਾਉਂਦੇ ਹੋਏ ਲਾਹੌਰ ਨੂੰ ਜਾ ਰਹੇ ਹਨ। ਸਭ ਤੋਂ ਮੂਰੇ ਬੈਂਡ ਬਾਜਾ ਵੱਜਦਾ। ਆ ਮੰਜ਼ਰ ਤੱਕਣਾ ਕੈਸਾ ਹੈ? ਮੈਂ ਤੁਹਾਨੂੰ ਕੋਈ ਇਮੋਸ਼ਨਲ ਬਲੈਕਮੇਲ ਕਰਨ ਵਾਸਤੇ ਨਹੀਂ ਕਹਿਣ ਲੱਗਾ, ਇਤਿਹਾਸ ਦੀ ਸੁੰਦਰ ਬੰਨਗੀ ਹੈ। ਸਭ ਤੋਂ ਮੂਰੇ ਬੈਂਡ ਬਾਜਾ ਵੱਜਦਾ, ਉਸ ਤੋਂ ਮਗਰਲੇ ਪਾਸੇ ਨੇਜਾਂ ਵਿੱਚ ਪਰੋਏ ਹੋਏ 200 ਸਿੱਖਾਂ ਦੇ ਸਿਰ ਤੇ ਉਸ ਦੇ ਮਗਰਲੇ ਪਾਸੇ ਹਾਥੀ ਦੇ ਉੱਤੇ ਪਿੰਜਰੇ ਵਿੱਚ ਬੰਦ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਬਿਠਾਇਆ ਹੋਇਆ। ਹੱਥਾਂ ਨੂੰ ਹੱਥ ਕੜੀਆਂ, ਪੈਰਾਂ ਨੂੰ ਬੇੜੀਆਂ, ਲੱਕ ਨੂੰ ਮੋਟਾ ਸੰਗਲ ਤੇ ਪਿੰਜਰੇ ਦੇ ਕੋਲ 2 ਜਲਾਦ ਛੁਰੇ ਲੈ ਕੇ ਖੜੇ ਆ। ਉਹਨਾਂ ਦੇ ਮਨ ਦਾ ਵਹਿਮ ਹੈ ਕਿ ਬੰਦਾ ਸਿੰਘ ਜਾਦੂਗਰ ਹੈ, ਜੇ ਜਾਦੂ ਨਾਲ ਪਿੰਜਰਾ ਲੈ ਕੇ ਉੱਡੇਗਾ ਤੇ ਛੁਰੇ ਮਾਰ ਕੇ ਕਤਲ ਕਰ ਦਿੱਤੇ ਜਾਣਗੇ। ਉਹਨਾਂ ਦੇ ਮਗਰ ਕੈਦੀ ਹਨ, ਫਿਰ ਹਿੰਦੂ ਰਾਜੇ ਹਨ, ਸ਼ਾਹੀ ਫੌਜਾਂ ਹਨ। ਢੋਲ ਢਮੱਕਿਆਂ ਦੇ ਸ਼ੋਰ ਸ਼ਰਾਬੇ ਦੇ ਵਿੱਚ ਇਹ ਲਾਹੌਰ ਦੀ ਧਰਤੀ ਦੇ ਉੱਤੇ ਪੁੱਜਦੇ ਹਨ।
ਢਾਡੀ ਕਲਾਂ ਦੀ ਸੁੰਦਰ ਬੰਦਗੀ ਆਪ ਜੀ ਦੀ ਸੇਵਾ ਦੇ ਵਿੱਚ ਕਹਾਉਣ ਲੱਗਾ ਹਾਂ। ਤੁਸੀਂ ਸਾਰੇ ਗੁਰਮੁਖ ਪਿਆਰੇ ਨਾਮ ਜਪਣ ਵਾਲੇ ਬੈਠੇ ਹੋ, ਬਾਣੀ ਪੜਨ ਵਾਲੀਆਂ ਸਨਮਾਨਯੋਗ ਭੈਣਾਂ ਬੈਠੀਆਂ, ਮਿਸਲ ਸ਼ਹੀਦਾਂ ਤਰਨਾ ਦਲ ਜਥੇਬੰਦੀ ਦੇ ਜਿੰਨੇ ਸੇਵਾਦਾਰ ਹਨ, ਸਭ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹੈ। ਸਿੰਘ ਸਾਹਿਬ ਬਾਬਾ ਨਾਗਰ ਸਿੰਘ ਸਾਹਿਬ ਜੀ ਬਹੁਤ ਵੱਡੇ ਉਦਮ ਉਪਰਾਲੇ ਧਰਮ ਪ੍ਰਚਾਰ ਦੇ ਵਾਸਤੇ ਅਤੇ ਜਥੇਬੰਦੀ ਦੀ ਚੜ੍ਹਦੀ ਕਲਾ ਵਾਸਤੇ ਕਰਦੇ ਹਨ। ਉਹਨਾਂ ਦੇ ਇਸ ਮਹਾਨ ਉਪਰਾਲਿਆਂ ਦੇ ਵਿੱਚੋਂ ਇੱਕ ਇਹ ਵੀ ਉਪਰਾਲਾ ਹੈ ਕਿ ਦੁਨੀਆ ਦੇ ਉੱਤੋਂ ਸਰੀਰਕ ਤੌਰ ਤੇ ਜਾ ਚੁੱਕੇ ਅਤੇ ਆਤਮਿਕ ਤੌਰ ਤੇ ਗੁਰੂ ਚਰਨਾਂ ਵਿੱਚ ਅਭੇਦ ਹੋਏ ਮਹਾਂਪੁਰਖਾਂ ਨੂੰ ਯਾਦ ਕਰਨਾ। ਆਓ ਆਪਾਂ ਇਦਾਂ ਦੇ ਮਹਾਂਪੁਰਖਾਂ ਦੀ ਤਸਵੀਰ ਆਪਣੀਆਂ ਅੱਖਾਂ ਸਾਹਮਣੇ ਲਿਆ ਕੇ ਦਰਸ਼ਨ ਕਰੀਏ। ਲਾਹੌਰ ਦੀ ਧਰਤੀ ਦੇ ਉੱਤੋਂ ਜ਼ਕਰੀਆ ਖਾਨ ਅਤੇ ਉਹਦੇ ਬਾਪ ਅਬਦੁਲ ਸਮਦ ਖਾਨ ਦਲੇਰੇ ਜੰਗ ਨੇ ਬਾਦਸ਼ਾਹ ਫਰਖਸ਼ੀਰ ਨੂੰ ਵਧਾਈ ਭੇਜੀ ਕਿ ਬੰਦਾ ਸਿੰਘ ਜਿਹਨੇ ਸਰਹੰਦ ਜਿੱਤਿਆ, ਜਿਹਨੇ ਮੁਗਲ ਹਕੂਮਤ ਨੂੰ ਨਾਨੀ ਚੇਤੇ ਕਰਵਾਈ ਹੋਈ ਹੈ, ਜਿਹਨੇ ਮੁਗਲਿਆ ਸਲਤਨਤ ਨੂੰ ਵਿਫਤਾ ਪਾਈ ਹੋਈ ਹੈ, ਉਹ ਅਸੀਂ ਗ੍ਰਿਫਤਾਰ ਕਰ ਲਿਆ। ਬਾਦਸ਼ਾਹ ਫਰਖਸ਼ੀਰ ਭਾਰਤ ਦਾ ਪ੍ਰਧਾਨ ਮੰਤਰੀ ਕਹਿੰਦਾ ਦਿੱਲੀ ਲਿਆਂਦਾ ਜਾਵੇ, ਇਹਦੇ ਸਾਥੀਆਂ ਸਮੇਤ ਇਹਨੂੰ ਦਿੱਲੀ ਪਹੁੰਚਾਇਆ ਜਾਵੇ। ਜ਼ਕਰੀਆ ਖਾਨ ਦੀ ਡਿਊਟੀ ਲੱਗੀ ਹੈ ਕਿ ਤੈਂ ਬੰਦਾ ਸਿੰਘ ਨੂੰ ਦਿੱਲੀ ਪਹੁੰਚਾਉਣਾ ਹੈ। ਬੰਦਾ ਸਿੰਘ ਦੇ ਕਾਫਲੇ ਨੂੰ ਲੈ ਕੇ ਜ਼ਕਰੀਆ ਖਾਨ ਦਿੱਲੀ ਜਾਏਗਾ। 200 ਸਿੱਖਾਂ ਦੇ ਸਿਰ ਨੇਜਿਆਂ ਵਿੱਚ ਪਰੋਏ ਹੋਏ ਹਨ ਤੇ 300 ਕੈਦੀ ਨਾਲ ਹਨ। 300 ਕੈਦੀ ਜ਼ਕਰੀਆ ਕਹਿੰਦਾ ਬੜੇ ਥੋੜੇ ਆ 200 ਸਿਰ ਬੜੇ ਥੋੜੇ ਆ। ਕੀ ਬਾਦਸ਼ਾਹ ਕਹੇਗਾ ਕਿ ਇੰਨੇ ਥੋੜੇ ਜਿਹੇ ਬੰਦਿਆਂ ਵਾਸਤੇ 8 ਮਹੀਨੇ ਘੇਰਾ ਪਾਉਣਾ ਪਿਆ? ਸਾਡੇ ਕੋਲ ਕੈਦੀਆਂ ਦੀ ਗਿਣਤੀ ਜ਼ਿਆਦਾ ਚਾਹੀਦੀ ਆ, ਸਾਡੇ ਕੋਲ ਵੱਡੇ ਹੋਏ ਸਿਰਾਂ ਦੀ ਗਿਣਤੀ ਜ਼ਿਆਦਾ ਚਾਹੀਦੀ ਆ। ਸਿੱਖਾਂ ਦੇ ਸਿਰ ਹੋਰ ਚਾਹੀਦੇ ਹਨ ਤੇ ਕੈਦੀ ਸਿੱਖ ਹੋਰ ਚਾਹੀਦੇ ਹਨ। ਹੁਣ ਕਿੱਥੋਂ ਲਿਆਂਦੇ ਜਾਣ? ਗੜੀ ਵਿੱਚ ਤਾਂ ਕੁਝ ਵੀ ਨਹੀਂ ਛੱਡਿਆ। ਗੜੀ ਦੇ ਵਿੱਚੋਂ ਤਾਂ ਇਹਨਾਂ ਨੇ ਨੇਜਾਂ ਵਿੱਚ ਪਰੋਏ ਹੋਏ ਸਿਰਾਂ ਦੇ ਵਿੱਚ ਇੱਕ ਨੇਜੇ ਵਿੱਚ ਮਰੀ ਬਿੱਲੀ ਪਰੋਈ ਹੋਈ ਹੈ, ਇਹ ਦੱਸਣ ਵਾਸਤੇ ਕਿ ਸਿੰਘ ਤਾਂ ਜਿਉਂਦੇ ਦੂਰ ਰਹੇ, ਅਸੀਂ ਤਾਂ ਕੋਈ ਜਾਨਵਰ ਵੀ ਜਿਉਂਦਾ ਨਹੀਂ ਛੱਡਿਆ। ਹੁਣ ਸਿੱਖ ਕਿੱਥੋਂ ਲੈ ਕੇ ਆਉਣ? ਸਿੱਖਾਂ ਦੇ ਸਿਰ ਕਿੱਥੋਂ ਲੈ ਕੇ ਆਉਣ? ਜ਼ਕਰੀਏ ਦਾ ਪਾਪੀ ਮਨ ਕਹਿਣ ਲੱਗਾ ਮੈਂ ਗਿਣਤੀ ਵਧਾਉਣੀ ਜਾਣਦਾ, ਮੈਂ ਸਿਰਾਂ ਦੀ ਗਿਣਤੀ ਵੀ ਵਧਾ ਦਿਆਂਗਾ, ਕੈਦੀਆਂ ਦੀ ਗਿਣਤੀ ਵੀ ਵਧਾ ਦਿਆਂਗਾ। ਲਓ ਜੀ, ਪਿੰਡਾਂ ਦੇ ਵਿੱਚ ਵਸਦੇ ਨਿਰਦੋਸ਼ ਸਿੱਖਾਂ ਦੇ ਉੱਤੇ ਇਹ ਵਿਫਤਾ ਦਾ ਪਹਾੜ ਟੁੱਟਣ ਲੱਗਾ। ਜ਼ਕਰੀਆ ਖਾਨ ਸਿੱਖਾਂ ਦੇ ਕੱਟੇ ਹੋਏ ਸਿਰਾਂ ਦੀ ਗਿਣਤੀ ਵਧਾਉਣ ਵਾਸਤੇ ਅਤੇ ਕੈਦੀ ਸਿੱਖਾਂ ਦੀ ਗਿਣਤੀ ਵਧਾਉਣ ਵਾਸਤੇ ਪਿੰਡਾਂ ਵਿੱਚ ਵਸਣ ਵਾਲੇ ਨਿਰਦੋਸ਼ ਕੇਸਾਧਾਰੀ ਲੋਕਾਂ ਦਾ ਕਿਵੇਂ ਕਤਲੇਆਮ ਮਚਿਆ, ਉਹ ਦਰਦਾਮਈ ਕਹਾਣੀ ਆਪ ਜੀ ਦੀ ਸੇਵਾ ਦੇ ਵਿੱਚ ਗਿਆਨੀ ਸਰੂਪ ਸਿੰਘ ਕਲਿਆਣਾ ਦਾ ਪੰਥਕ ਢਾਡੀ ਜੱਥਾ ਇਉਂ ਪੇਸ਼ ਕਰਦਾ ਹੈ। फौजा ताड़ियां जकरिया खान ने खालसे दा कारण शिकार बिच है दुहाई सारे मच गई।
सामने मावा दे लाडले ते बिना तक सीर गिरफ्तार गुंदियां पैड़ा दिया रह गया भागा गुंदिया भागा गुंदिया भैना दिया रह गया भीर घोड़िया तो लेने उतारे गया संसार चूड़े वालियां दुहथड़े पेट दिया उजड़ जिना दा गया संसारे सच मुकलाइयां रोंदियां सच मुकलाइयां रोंदियां कई सच मुकलाइयां रोंदियां सिरों शगना दे सालू उतार सिरों शगना दे सालू उतार
कहना होर की जुल्म दा सीतला बेन्याई जदों हो गई सरकार। आम बंदा जुल्म करन उत्ते आ जाए, वो एक कतल कर देगा, दो बंदे मार देगा, बहुत हिया खुल गया तो 3 कतल कर देगा, तो बहुत हद्दां टप जावे, को माड़ी मोटी शह मिले तो 4-5 कतल कर देगा, आखिरकार वो फड़िया जाता है। पर याद करना, जदों किते सरकारां जुल्म करन ते आउंदियां ते उदों किन्ने क मरने हुंदे पता ही कोई नहीं हुंदा, अंत कोई नहीं हुंदा। लहू दे दरिया वग जांदे ने इस धरती दे उत्ते। सरकार हत्या करन दे उत्ते आ गई, ਜਿਹੜਾ भी कोई केसा धारी मिलता ਉਹਦਾ सिर कलम किया जाता। पिंडां दे विच वसते निर्दोष सिख मार लै गए। इतिहास की एक गल पढ़ के मेरी आत्मा कंब उठी। कल्ले सिखां दा कतलेआम नहीं होया, हिंदुआं दीयां कुड़ियां दे सिर कट्टे गए। हिंदुआं दीयां कुड़ियां दे सिर कट के गुत्त खोल के जूड़ा कर दिता, नेजे विच सिर परो के कह दिता वे ये सिखां दा काका, इहदे हाले दाढ़ी नहीं आई, ये सिखां दा बलूर जा पुत असीं मार के उहदा सिर वड्ड के लैके आए हैं। आपां पिंडां विच रहण वाले आ। इस शब्द नूं मन विच जगह देनी। आसमान विच उड्डण वाला कां मर जाए ना एक कां, तां सैकड़े कां इकट्ठे होकर रोंदे आ, करलाउंदे आ, कां कां करदे कि साडा कोई मर गया। साध संगत ते कां मर जाए ते उन्हां दे कबीले बड़े सोग मनाउंदे ने। पर किड्डे दुख दी गल आ कि साडे वड्डियां दा चुरस्ते विच खड़ियां दा सिर ला लिया ते किसी ने हा दा नारा भी ना मारिया। आ दिन वेखणे पए साडी कौम नूं। बाबा बंदा सिंह बहादुर नूं गिरफ्तार करके दिल्ली लिजाया जाना ते दिल्ली नाल लैके जाण वास्ते कट्टे हुए सिर चाहिदे ने ते सिरां दे उत्ते केस चाहिदे ने। केसां दा जूड़ा होया होना चाहिदा है। सत संगत, कैदी सिखां दी गिणती जारी चाहिदी है। किन्ना कतलेआम होया, एक तुसीं अंदाजा लाना। इतिहास के पन्नियां ते लिखिया कि 700 गड्ढा सिखां दे सिरां दा भरिया गया। 700 गड्ढा सिखां दे सिरां दा भरिया गया। एक गड्ढे दे उत्ते घट तो घट आपां 50 सिर भी मन लईए तां इहदा मतलब है 35,000 बंदियां दे सिर कट्टे गए। जे 50 सिर भी आपां एक गड्ढे दे उत्ते मन्नीए तां इहदा मतलब है 35,000 धौणां कट्टियां गईयां। 35,000 दा कतल घट तो घट मैं गिणिया, इस तो ज्यादा गिणती है। 35,000 सिखां दे सिर गड्ढिਆਂ ਦੇ ਉੱਤੇ रख के दिल्ली की धरती ਨੂੰ रवाना किए जा रहे हैं। मौत की है ਇਹਦੇ ਉੱਤੇ मैं एक पल ਤੁਹਾਡਾ ਲੈਣਾ है। गुरु ग्रंथ साहब महाराज की बाणी ਨੂੰ ਆਪਾਂ ਮੰਨਣ वाले हैं। पातशाह की बाणी ਦੇ ਵਿੱਚ 3 मौतां ਦਾ जिक्र आउंदा है। तुसीं सारे नाम जपण वाले बैठे हो, पढ़ियां लिखियां महान हस्तियां तुसीं सारे जने बैठे हो। सिंह साहब ज्ञानी बलिहार सिंह जी बहुत सोहना कीर्तन करते हैं। भाई बलवंत सिंह हुणी बहुत सोहना कीर्तन करते हैं। एक तो एक चढ़ांदियां तुसीं सारे मेरे वास्ते सन्मानयोग हो। जथेदार बाबा सुमित्र सिंह साहब जी बहुत बड़ा सत्कार दे के गए है। पत्रकार साहबान बैठे ने सारे, मैं गुरमुख प्यारियां दा तुहाडा दिलों सत्कार करदा है। सत संगत, 3 मौतां दा जिक्र है गुरबाणी दे अंदर। पहली मौत जो उपजो सो बिनस है, जो धरती दे उत्ते पैदा होया सारा कुछ मौत की खुराक है। सारा कुछ जो उपजो सो बिनस है, पशु पंछी कीड़े मकौड़े दरखत रुख मनुख सारी कायनात जो उपजो सो बिनस है, मौत सब ते आउणी है। दूसरी मौत, आखां जीवा बिसरै मर जाओ, रब नूं भुल जाना, इनसानियत कदरां कीमतां भुल जाणियां, अपने फर्जां तो अखां मीट लैणियां, अवेसले हो जाना, ये आत्मक मौत है। तीसरी मौत भाग्यां वालियां दे हिस्से आउंदी है। महाराज दी बाणी दे विच लिखिया, शब्द मरो फिर जीवो सदही, तां फिर मरण न होई। जिहड़ा अपने आप नूं शब्द की टेक ना मारदा वो सदा वास्ते अमर हो जाता है। बाबा अगड़ सिंह साहिब उन्होंने शब्द की टेक नाल अपने आप नूं मारिया, अज भी जिउंदे ने। भाई मनी सिंह साहब साहबजादियां की गल करिए, भाई तारू सिंह साहब की गल करिए, बाबा दीप सिंह साहब की गल करिए, जिन्ने गुरमुख प्यारे संसार तो जाते ने ना, उन्हां बारे उही नहीं कहा जाता कि गुरमुख जन्म सवार दरगाह चलिया। ये शब्द वैसे साडे सिखां विच रिवाज ही पै गया। भावें कोई शराब पी के भी मरे ना, उत्थे भी रागी सिंघां नूं कहा जाता, बाबा जी आ शब्द जरूर पढ़िओ, गुरमुख जन्म सवार दरगाह चलिया। शराब पी के मरन वाला भी दरगाह नूं जांदा भला। गुरबाणी दे विच एक शब्द आउंदा माझ राग दी वार दे अंदर, पातशाह कहंदे वड्डा होवा दुनीदार गल संगल घत चलाया। वड्डा होवा दुनीदार आसा दी वार विच बचन है, माफ करना। गुरु नानक साहब जी कहंदे ने वड्डा होवा दुनीदार गल संगल घत चलाया।
ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਚੱਲਿਆ ਤੇ ਇੱਕ ਚਲਾਇਆ, ਦੋਨਾਂ ਵਿੱਚ ਫਰਕ ਪਤਾ ਕਿੰਨਾ ਹੈ? ਇੱਕ ਚੱਲਿਆ ਤੇ ਇੱਕ ਚਲਾਇਆ। ਇੱਕ ਤਿਆਰੀ ਕਰਕੇ ਬੈਠਾ ਐਨ ਦਿਨ ਦਾ ਇੰਤਜ਼ਾਰ ਕਰ ਰਿਹਾ, ਉਡੀਕ ਰਿਹਾ ਕਦੋਂ ਸਮਾਂ ਆਉਂਦਾ ਹੈ, ਉਹ ਐਨ ਆਪਣੀ ਤਿਆਰੀ ਦੇ ਵਿੱਚ ਚੱਲਿਆ ਤੇ ਇੱਕ ਪੈਰ ਪਸਾਰਦਾ ਵੀ ਮੈਂ ਨਹੀਂ ਜਾਣਾ। ਜਮਦੂਤ ਘੜੀਸ ਕੇ ਲੈ ਕੇ ਜਾਂਦੇ ਆ, ਖਿੱਚ ਕੇ ਲੈ ਕੇ ਜਾਂਦੇ ਆ, ਤੇ ਜਿੱਥੇ ਸ਼ਬਦ ਇਹ ਪੜਿਆ ਜਾਣਾ ਉੱਥੇ ਅਸੀਂ ਕਹਿੰਦੇ ਨਾ ਨਾ ਬਾਬਾ ਜੀ ਇਹ ਸ਼ਬਦ ਨਾ ਪੜਿਓ। ਸੌਖੀ ਗੱਲ ਸਮਝ ਆ ਜਾਏ, ਨਿੱਕਾ ਬੱਚਾ ਸਕੂਲੇ ਪੜ੍ਹਦਾ, ਜੇ ਤਾਂ ਉਹਨੇ ਆਪਣਾ ਹੋਮਵਰਕ ਪੂਰਾ ਕੀਤਾ ਤਾਂ ਸਵੇਰ ਨੂੰ ਟਾਈਮ ਨਾਲ ਆਪ ਹੀ ਸੁੱਤਾ ਉੱਠ ਖੜਦਾ ਹੈ, ਆਪ ਹੀ ਨਹਾ ਲੈਂਦਾ, ਰੋਟੀ ਵੀ ਖਾ ਲੈਂਦਾ, ਤਿਆਰ ਹੋ ਜਾਂਦਾ, ਕੱਪੜੇ ਪਾ ਲੈਂਦਾ। ਤੇ ਜਦੋਂ ਬੱਸ ਆਉਂਦੀ ਹੈ ਉਹ ਬੱਸ ਵਿੱਚ ਚੜ੍ਹ ਕੇ ਹੱਥ ਹਿਲਾ ਕੇ ਆਪਣੇ ਮਾਂ-ਬਾਪ ਨੂੰ ਪਿਆਰ ਵੀ ਵੰਡਦਾ ਜਾਂਦਾ ਕਿ ਮੈਂ ਚੱਲਿਆ। ਪਤਾ ਹੁੰਦਾ ਵੀ ਕੰਮ ਤਾਂ ਕੀਤਾ, ਨੰਬਰ ਮਿਲਣੇ, ਅੱਗੋਂ ਸ਼ਾਬਾਸ਼ੇ ਮਿਲਣੀ ਆ। ਤੇ ਜਿਹੜੇ ਬੱਚੇ ਨੇ ਹੋਮਵਰਕ ਪੂਰਾ ਨਹੀਂ ਕੀਤਾ ਹੁੰਦਾ ਤਾਂ ਸਵੇਰ ਨੂੰ ਸੁੱਤਾ ਹੀ ਨਹੀਂ ਉੱਠਦਾ, ਘੇਸਲ ਜੀ ਮਾਰ ਲੈਂਦਾ, ਧੱਕੇ ਮਾਰ ਮਾਰ ਕੇ ਠਾਲਿਆ ਜਾਂਦਾ, ਧੱਕੇ ਮਾਰ ਮਾਰ ਕੇ ਠਾਲਿਆ ਜਾਂਦਾ, ਦਬਕੇ ਮਾਰ ਕੇ ਨਲਾਇਆ ਜਾਂਦਾ ਤੇ ਉਹਨੂੰ ਝਿੜਕਾਂ ਮਾਰ ਕੇ ਰੋਟੀ ਖਵਾਈ ਜਾਂਦੀ ਹੈ। ਉਹ ਫਿਰ ਵੀ ਪੈਰ ਪਸਾਰਦਾ ਵੀ ਮੈਂ ਨਹੀਂ ਜਾਣਾ। ਪਤਾ ਹੁੰਦਾ ਵੀ ਅੱਗੇ ਜੁੱਤੀਆਂ ਪੈਣੀਆਂ, ਕੰਮ ਤਾਂ ਕੀਤਾ ਕੋਈ ਨਹੀਂ, ਅੱਗੇ ਛਿੱਤਰ ਵਰਨੇ ਆ, ਹੋਮਵਰਕ ਨਹੀਂ ਪੂਰਾ ਕੀਤਾ। ਤੇ ਮਾਂ ਫਿਰ ਉਹਨੂੰ ਘੜੀਸ ਕੇ ਬੱਸ ਤੱਕ ਲੈ ਕੇ ਜਾਂਦੀ, ਖਿੱਚ ਕੇ ਜਾਂਦੀ, ਉਹ ਲੇਰਾ ਮਾਰਦਾ। ਗੁਰਬਾਣੀ ਦੇ ਵਿੱਚ ਲਿਖਿਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ। ਜਿਹਨੂੰ ਜਮਦੂਤ ਬੰਨ ਕੇ ਲੈ ਕੇ ਜਾਂਦੇ ਆ ਨਾ ਉਹਦੇ ਬਾਰੇ ਨਹੀਂ ਕਹਿ ਸਕਦੇ ਆਪਾਂ ਕਿ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ। ਆ ਕਿੱਦਾਂ ਦੇ ਗੁਰਮੁਖਾਂ ਦੀ ਆਪਾਂ ਯਾਦ ਮਨਾ ਰਹੇ ਆ, ਕਿੱਦਾਂ ਦੇ ਗੁਰਮੁਖਾਂ ਨੂੰ ਆਪਾਂ ਮੱਥਾ ਟੇਕਣ ਆਏ ਆ। ਬਸ ਇਹ ਗੁਰਮੁਖ ਪਿਆਰੇ ਮੌਤ ਉਡੀਕਦੇ ਹੁੰਦੇ ਕਦੋਂ ਮੌਤ ਆਵੇ ਤਾਂ ਕਿ ਅਸੀਂ ਅਗਲੀ ਕਲਾਸ ਵਿੱਚ ਹੋਈਏ। ਜਦੋਂ ਬੱਚੇ ਨੇ ਕੰਮ ਕਰਨਾ ਉਹਨੂੰ ਇੰਤਜ਼ਾਰ ਹੁੰਦਾ ਹੈ ਕਿ ਅਗਲੀ ਕਲਾਸ ਕਦੋਂ ਆਉਣੀ ਹੈ। ਸਤ ਸੰਗਤ, ਇਹ ਜਿਹੜੇ ਪਿੰਡਾਂ ਵਿੱਚੋਂ ਨਿਰਦੋਸ਼ ਲੋਕ ਫੜੇ ਜਾ ਰਹੇ ਆ, ਮਤਾਂ ਕਿਤੇ ਭੁਲੇਖਾ ਰਹਿ ਜਾਏ ਕਿ ਇਹ ਸਿੱਖ ਨਹੀਂ, ਇਹ ਸਾਰੇ ਗੁਰਮਤੀਏ ਹਨ। ਇਹਨਾਂ ਵਿੱਚੋਂ ਕੋਈ ਇੱਕ ਵੀ ਬੰਦਾ ਨਹੀਂ ਹੈ ਜਿਹਨੇ ਸਿੱਖੀ ਨੂੰ ਤਿਆਗਣਾ। ਇਹਨਾਂ ਵਿੱਚੋਂ ਕੋਈ ਇੱਕ ਵੀ ਬੰਦਾ ਨਹੀਂ ਜਿਹੜਾ ਸਿੱਖੀ ਨੂੰ ਪਿੱਠ ਦੇ ਜਾਏਗਾ। ਉਦੋਂ ਦੋ ਤਰ੍ਹਾਂ ਦੇ ਸਿੱਖ ਹੁੰਦੇ ਸੀ, ਇੱਕ ਮਿਲਵਰਤਣੀਏ ਸਿੱਖ, ਇੱਕ ਨਾ ਮਿਲਵਰਤਣੀਏ ਸਿੱਖ। ਇੱਕ ਦੀ ਸਰਕਾਰ ਨਾਲ ਸਿੱਧੀ 751 ਸਰਕਾਰ ਦੇ ਚੰਗੇ ਕੰਮ ਦੀ ਵੀ ਆਲੋਚਨਾ ਕਰਨੀ ਆ, ਉਹ ਨਾ ਮਿਲਵਰਤਣੀਏ ਹੁੰਦੇ ਸਨ। ਇੱਕ ਮਿਲਵਰਤਣੀਏ ਹੁੰਦੇ ਸਨ, ਸਰਕਾਰ ਵੱਡੇ ਤੋਂ ਵੱਡਾ ਗੁਨਾਹ ਕਰੇ ਤੇ ਆਪਣੇ ਸਬਰ ਦੇ ਵਿੱਚ ਰਹਿਣਾ ਤੇ ਬਸ ਪ੍ਰਮਾਤਮਾ ਦਾ ਭਾਣਾ ਮਿੱਠਾ ਸਮਝ ਕੇ ਆਪਣੇ ਆਪ ਵਿੱਚ ਹੀ ਰੋ ਲੈਣਾ, ਪਰ ਸਰਕਾਰ ਨੂੰ ਕਹਿਣਾ ਕੁਝ ਨਹੀਂ। ਉਹ ਮਿਲਵਰਤਣੀਏ ਸਿੱਖ ਹੁੰਦੇ ਸਨ। ਜਿਹੜੇ ਮਿਲਵਰਤਣੀਏ ਸਨ ਨਾ ਉਹਨਾਂ ਬਾਰੇ ਵੀ ਇਉਂ ਨਹੀਂ ਕਿਹਾ ਜਾ ਸਕਦਾ ਕਿ ਉਹ ਨਿਤਨੇਮ ਨਹੀਂ ਕਰਦੇ, ਉਹ ਬਾਣੀ ਨਹੀਂ ਪੜ੍ਹਦੇ। ਇਹ ਸਾਰੇ ਆਪਣੇ ਧਰਮ ਵਿੱਚ ਪੂਰੇ ਸਨ। ਅੱਜ ਸਾਡਾ ਨਿਤਨੇਮ ਦਾ ਪਹਿਰਾ ਪੱਕਾ ਹੋਵੇ, ਇਸ ਲਈ ਮੈਂ ਵਰਤਾਪ ਜੀ ਦੀ ਸੇਵਾ ਦੇ ਵਿੱਚ ਕਹਿ ਰਿਹਾ, 700 ਗੱਡਾ ਸਿੱਖਾਂ ਦੇ ਸਿਰਾਂ ਦਾ ਲੱਦ ਕੇ ਜਦੋਂ ਦਿੱਲੀ ਦੀ ਤਰਫ ਨੂੰ ਜਾ ਰਹੇ ਹੈ, ਜ਼ਕਰੀਆ ਖਾਨ ਦਮਗੱਜੇ ਮਾਰਦਾ, ਬਹੁਤ ਸਾਰੇ ਕੈਦੀਆਂ ਦੀ ਗਿਣਤੀ ਇਹਨੇ ਵਧਾ ਲਈ ਆ, 700 ਬੰਦਾ ਇਹਨਾਂ ਨੂੜ ਲਿਆ। ਤੇ ਰਸਤੇ ਦੇ ਵਿੱਚੋਂ ਜਦੋਂ ਜਾਂਦੇ ਆ, ਲੰਘਦੇ ਆ, ਪਹਿਲਾਂ ਢੋਲ ਵੱਜਦਾ ਉਸ ਪਿੰਡ ਦੇ ਵਿੱਚ ਕਿ ਬੰਦਾ ਸਿੰਘ ਬਹਾਦਰ ਦਾ ਕਾਫਲਾ ਆ ਰਿਹਾ ਹੈ, ਕਾਫਰਾਂ ਨੂੰ ਨੂੜਿਆ ਜਾ ਰਿਹਾ ਤੇ ਉਹਨਾਂ ਕਾਫਰਾਂ ਦੇ ਉੱਤੇ ਢੀਮਾ ਮਾਰਿਓ, ਉਹਨਾਂ ਕਾਫਰਾਂ ਦਾ ਮਜ਼ਾਕ ਉਡਾਇਓ, ਉਹਨਾਂ ਕਾਫਰਾਂ ਨੂੰ ਬਾਦਸ਼ਾਹ ਬਾਦਸ਼ਾਹ ਕਹਿ ਕੇ ਉਹਨਾਂ ਦੀ ਖਿੱਲੀ ਉਡਾਉਣੀ ਆ। ਇਦਾਂ ਢੋਲ ਵਜਾ ਕੇ ਪਿੰਡਾਂ ਵਿੱਚੋਂ ਲੋਕ ਇਕੱਠੇ ਕੀਤੇ ਜਾਂਦੇ ਆ। ਸਿੱਖਾਂ ਦੇ ਕਾਫਲੇ ਨੂੰ ਕਹਿੰਦੇ ਕਾਫਰਾਂ ਦਾ ਕਾਫਲਾ ਆ ਰਿਹਾ ਹੈ। ਇਹ ਮੁਗਲਿਆ ਹਕੂਮਤ ਜਦੋਂ ਬਾਬਾ ਜੀ ਨੂੰ ਲੈ ਕੇ ਸਰਹੰਦ ਦੀ ਧਰਤੀ ਦੇ ਉੱਤੇ ਪੁੱਜਦੇ ਆ, ਉੱਥੇ ਸਰਹੰਦ ਦੀਆਂ ਗਲੀਆਂ ਦੇ ਵਿੱਚ ਬਾਬਾ ਜੀ ਦੇ ਹਾਥੀ ਨੂੰ ਘੁਮਾਇਆ ਗਿਆ। ਹਾਥੀ ਦੇ ਉੱਤੇ ਪਿੰਜਰੇ ਵਿੱਚ ਬੰਦ ਹਨ ਬਾਬਾ ਬੰਦਾ ਸਿੰਘ ਬਹਾਦਰ। ਸਤ ਸੰਗਤ, ਉਹਨਾਂ ਨੂੰ ਲੋਕਾਂ ਦੇ ਵਿੱਚ ਪ੍ਰਚਾਰਿਆ ਜਾ ਰਿਹਾ ਹੈ ਕਿ ਤੁਹਾਡੇ ਜਾਨਾਂ ਦਾ ਦੁਸ਼ਮਣ, ਤੁਹਾਡੇ ਘਰਾਂ ਦਾ ਵੈਰੀ, ਮੁਗਲਿਆ ਹਕੂਮਤ ਦਾ ਵਿਰੋਧੀ, ਆਹ ਵੇਖੋ ਅਸੀਂ ਨੂੜ ਲਿਆ ਤੇ ਪਿੰਜਰੇ ਵਿੱਚ ਪਾ ਲਿਆ, ਦਿੱਲੀ ਲੈ ਕੇ ਜਾ ਰਹੇ। ਉੱਥੇ ਦੇ ਅਖੌਤੀ ਮੁਸਲਮਾਨਾਂ ਨੇ ਢੀਮਾਂ ਮਾਰੀਆਂ, ਬਾਬਾ ਜੀ ਦਾ ਮਜ਼ਾਕ ਉਡਾਇਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਇੱਕ ਮੌਲਵੀ ਨੇ ਕਿਹਾ, ਬੰਦਾ ਸਿਆ ਹੁਣ ਤੈਨੂੰ ਮਾਰ ਦਿੱਤਾ ਜਾਏਗਾ। ਤੇ ਬਾਬਾ ਜੀ ਅੱਗੋਂ ਹੱਸ ਕੇ ਕਹਿੰਦੇ ਜੀਰਾ ਨਹੀਂ। ਸਤ ਸੰਗਤ, ਵੇਖਣਾ ਜਿਹੜਾ ਕਿਤੇ ਹਿਰਨੀ ਦੇ ਤੜਫਦੇ ਬੱਚਿਆਂ ਨੂੰ ਵੇਖ ਕੇ ਜਰ ਨਹੀਂ ਸੀ ਸਕਿਆ, ਅੱਜ ਉਹ ਆਪਣੇ ਉੱਤੇ ਆਏ ਹੋਏ ਦਿਨ ਵੇਖ ਰਿਹਾ ਪਰ ਡੋਲਦਾ ਨਹੀਂ, ਕਿਉਂਕਿ ਬਾਣੀ ਦੀ ਥੰਮੀ ਮਿਲ ਗਈ, ਬਾਣੀ ਦਾ ਸਹਾਰਾ ਮਿਲ ਗਿਆ। ਉਹ ਸਿਮਰਨ ਕਰਦਾ ਹੈ, ਚੜ੍ਹਦੀ ਕਲਾ ਵਾਲਾ ਸੂਰਮਾ। ਜਦੋਂ ਦਿੱਲੀ 29 ਫਰਵਰੀ ਵਾਲੇ ਦਿਨ 1716 ਦੇ ਵਿੱਚ ਲਾਹੌਰੀ ਗੇਟ ਰਾਹੀਂ ਦਿੱਲੀ ਇਹ ਕਾਫਲਾ ਪ੍ਰਵੇਸ਼ ਕੀਤਾ,
बादशाह फरक्षर बाबा बंदा सिंह बहादुर के दर्शन करने वास्ते आप आया कि वेखा तो सही कौन है जिन्हें साड़ी हुकूमत दियां जड़ा उखाड़ के रख दित्तियां। उन्हें 3 हिस्सों के विच बाबा बंदा सिंह बहादुर के काफले को कैदी बनाया। एक हिस्सा सिखां के सिरां दा, कहंदा दिल्ली का कोई ऐसा दरख्त ना होवे जिस दरख्त के नाल 10-10 सिर ना वजे होण। कल्ले कल्ले दरख्त नाल सिखां के सिरां दे ऐन शंगार दो दिल्ली नूं, पता लगे कि मुगलिया हुकूमत नाल मत्था लाउण वालियां दा हाल की होया। दूसरा उन्हें हिस्सा बनाया बाबा बंदा सिंह बहादुर जी की पत्नी अते उन्हां दा 4 सालां दा पुत्र अजय सिंह ते ओदी खड़ावी, उन्होंने शाही जनाने विच कैद कर जनान खाने विच कैद कर दिता गया। तीसरा हिस्सा बाबा बंदा सिंह बहादुर अते उहदे नाल दे मुखी सिख बाबा बाज सिंह ते बाबा फतेह सिंह साहब वर्गियां नूं एक वखरी कैद खाने विच पा दिता गया। हुण एक अपने वालों यह ऐलान करदा, मौलवी नूं सद के कहंदा मौलवी 100 बंदा रोज पेश करो ते 100 दे सामने लालच डरावे धमकियां सारे दौर खोल दिओ। लालच दिओ, डरावे दिओ, धमकियां दिओ, जो मर्जी करना पवे आपां इन्हां सारिआं नूं इस्लाम दे दायरे विच लैके आउणा। ये शहीद हो जाण इहदा आपां नूं फायदा कोई नहीं। ये लोग केवल ते केवल मुसलमान बनन तां सानूं मुनाफा है। धर्म की है? धर्म किसी पहरावे का नाम नहीं है कि अज चिट्टा कपड़ा पाया तो कल काला पा लिया, अज काले रंग के कपड़े पाए तो कल भगमे पा लै, अज भगमे पाए तो कल नीले पा लै। इउं नहीं है। धर्म किसी पहरावे का नाम नहीं है। अज अखबारों में खबरां छपदियां इन्ने बंदियां ने ईसाई धर्म धारण कर लिया, इन्ने बंदियां ने आह धर्म छड्ड दिता। यार धर्म किसी पहरावे का नाम है भी जिहड़े मर्जी चोला ला के पा लो। जिहड़ा धर्म नाल जुड़ गया वो अपने शरीरों का कुतरा कुतरा करवाण नूं तैयार हो जाता है। जिहड़ा धर्म नाल जुड़ गया वो आरे नाल चीरिया जाएगा। उहदे सामने लालच कोई मैना नहीं रखते, वो धमकियां तो नहीं डरदा, मौत तो नहीं डरदा, वो कदे धर्म नूं पिठ नहीं दिंदा। अज जिहड़े लालच बस आके ईसाई बन के अखबारां 'च खबरां लवाउंदे आ ना, असीं आह धर्म छड्ड दिता। सवाल है कि उन्होंने धर्म अपनाया ही कदों सी? जे धर्म अपनाया हुंदा तो छड्ड के जा ही नहीं सी सकदे। सिद्धरी जी गल ये कहण लगा, सिद्धरी जी गल ये है कि अज ईसाई भरावां ने बुरकी पाई आ ते हल्के कुत्तियां वांग उधरले पासे नूं तुर गए ते भलके होर किसी ने वड्डी बुरकी पा दी ते रहना इन्हां ने ईसाई भी है नहीं। अज जिहड़े ईसाई बन के लोकां दे विच धर्म दा मजाक उड़ा रहे ने ना, वो कोई धर्मी नहीं है। आओ धर्मी लोकां दे दर्शन करो। 100 सिख चबूतरा कोतवाली दे सामने बाबा बंदा सिंह बहादुर दे साथी, ये भी किते भुल ना जाओ, बाबा बंदा सिंह बहादुर दे नाल केवल 300 बंदा गिरफ्तार होया ते ये 700 बंदा 100 पेश किया जा रहा। यदा मतलब 400 बंदा तो पिंडां विचों निर्दोष अते सधारण ही फड़े गए। कह दिता कि बंदा सिंह दे नाल फड़े हुए है। पर नमस्कार उन्हां सारे सिखां नूं किसी एक ने भी ये नहीं कहा कि मैं सिख नहीं है। सारिਆਂ ने कहा हाँ असी सिख हैं। चबूतरा कोतवाली दे सामने 100 सिख पेश किया जाता। काजी इस्लाम जां मौत की कहानी दोहराउंदा है तो सूरमे हस हस के मौत प्रवान करते आ ते काजी उन्होंने लालच दिंदा है, डरावे दिंदा, धमकियां दिंदा है। की खटोगे, तुहाडी भरी जवानी क्यों मर रहे हो? वो एको गल कहंदे ने, काजी तेरे लैक्चर की लोड़ नहीं, काजी तेरे उपदेश की लोड़ नहीं। असी जिन्ना चिर जिउंदे आ, जिन्ना चिर जिउणा गुरु ग्रंथ साहब जी की बाणी पढ़न वाले ते गुरु ग्रंथ साहब दे सिख बन के जिउणा। ते जे असी सिक्खी त्यागीए तो करोड़ां लाहनतां भी थोड़ियां। लो जी 100 सूरमा रोज पेश किया जाता ते 100 सूरमिਆਂ ਦੇ ਵਿੱਚੋਂ एक भी इस्लाम प्रवान नहीं कर रहा। जदों शामां पै गईयां ते बादशाह फरक्षर मौलवी नूं सद के कहंदा, मौलवी 100 ਦੇ ਵਿੱਚੋਂ किन्ने बंदे मुसलमान बनाए? ते मौलवी नीमी जी पा के कहन लगा, बादशाह सलामत हजूरे अनबर मैनू खिमा कर देना, मैं 100 ਦੇ ਵਿੱਚੋਂ किसी एक का भी ईमान गिरा नहीं सकिया। मैं 100 ਦੇ ਵਿੱਚੋਂ किसी एक नूं भी अपने ईमान तो गिरा नहीं सकिया। जो 100 सूरमा अज रोज कचहरी में आके धर्म की खातर आपा वार रहा है। आओ सारी संगत रल के आप उन्हां महापुरखों के दर्शन करिए। धर्म कितना प्यारा है, गुरु की बाणी कितनी प्यारी है, उन्होंने जीवन के विचों तकीए। 100 सूरमा शहीदी पाउण नूं किवें आके खड़ गया। वो दर्शन आप जी की सेवा में ढाडी जत्था
ਇਉਂ ਕਰਵਾ ਰਿਹਾ ਹੈ। ਸੌ ਕਸੂਰ में ਸ਼ਹੀਦੀਆਂ ਪਾਉਣ ਨੂੰ ਸੌ ਕਸੂਰ में ਸ਼ਹੀਦੀਆਂ ਪਾਉਣ ਨੂੰ ਵਿੱਚ ਦਰਬਾਰ ਦੇ ਨੇ ਮੱਥੇ ਚੜੀਆਂ ਸਿੰਘਾਂ ਦੇ ਲਾਲੀਆਂ ਮੱਥੇ ਚੜੀਆਂ ਸਿੰਘਾਂ ਦੇ ਲਾਲੀਆਂ
10 पा गए शहीदियां गोद दशमेश जी दिया रंग अपने लहू दे विच सीतला रंग अपने लहू दे विच सीतला ਸਨਮਾਨਯੋਗ ਗੁਰੂ ਖਾਲਸਾ ਜੀ, ਤੁਸੀਂ ਸਾਰੇ ਜਣੇ ਬਹੁਤ ਪਿਆਰ ਨਾਲ ਸੁਣਦੇ ਹੋ। ਮੈਂ ਆਪ ਸਮੁੱਚੀ ਸੰਗਤ ਦਾ ਕਰਜ਼ਦਾਰ ਹਾਂ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਤਾਬਿਆਂ ਦੇ ਵਿੱਚ ਸਾਡੇ ਗੁਰੂ ਕੇ ਢਾਡੀ ਸਿੰਘ ਬੈਠੇ ਨੇ, ਸਤਿਕਾਰਯੋਗ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਖਾਲਸਾ, ਇਹਨਾਂ ਦਾ ਆਪਣਾ ਬੜਾ ਸੁਲਝਿਆ ਹੋਇਆ ਢਾਡੀ ਜੱਥਾ, ਅਤੇ ਸਤਿਕਾਰਯੋਗ ਗੁਰਮੁਖ ਪਿਆਰੇ ਗੁਰੂ ਅਰਜਨ ਦੇਵ ਮਹਾਰਾਜ, ਗੁਰੂ ਰਾਮਦਾਸ ਮਹਾਰਾਜ, ਉਹਨਾਂ ਦੀ ਗੋਦੀ ਦੇ ਵਿੱਚ ਬਹਿ ਕੇ ਕੀਰਤਨ ਕਰਨ ਵਾਲੇ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲੇ ਆਪਣੇ ਜਥੇ ਸਮੇਤ ਪੁੱਜੇ ਨੇ। ਮੈਂ ਆਪਣੇ ਢਾਡੀ ਜਥੇ ਵੱਲੋਂ ਉਹਨਾਂ ਦੇ ਸਮੁੱਚੇ ਰਾਗੀ ਜਥੇ ਨੂੰ ਜੀ ਆਇਆਂ ਨੂੰ ਕਹਿੰਦਾ। ਸੰਗਤ ਵਿੱਚ ਸਤਿਕਾਰਯੋਗ ਭਾਜੀ ਓਂਕਾਰ ਸਿੰਘ ਜੀ ਮਾਨ ਬੜੇ ਵਿਦਵਾਨ ਬੁਲਾਰੇ ਹਨ, ਉਹ ਵੀ ਉਹਨਾਂ ਦਾ ਆਪਣਾ ਬੜਾ ਸੁਲਝਿਆ ਢਾਡੀ ਜੱਥਾ, ਅਤੇ ਸਾਡੇ ਪਰਮ ਪਿਆਰੇ ਮਿੱਤਰ ਭਾਈ ਧਰਮ ਸਿੰਘ ਜੀ ਖਾਲਸਾ ਨਿਹੰਗ ਸਿੰਘ ਬਾਣੇ ਦੇ ਵਿੱਚ ਰਹਿੰਦੇ ਨੇ, ਬੜਾ ਪਿਆਰ ਕਰਦੇ ਨੇ। ਗੁਰੂ ਸਾਹਿਬ ਜੀ ਇਹ ਮੁਹੱਬਤਾਂ ਇਸੇ ਤਰ੍ਹਾਂ ਜਿੰਦਾਬਾਦ ਰੱਖਣ। ਆਪ ਸਮੁੱਚੀ ਸੰਗਤ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦਾ ਹੈ, ਇਸ ਸਥਾਨ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦਾ ਹੈ, ਸਮੁੱਚੀ ਸੰਗਤ ਵਾਸਤੇ ਅਰਦਾਸ ਕਰਦਾ ਹੈ। ਵਾਹਿਗੁਰੂ ਜੀ ਸਾਰਿਆਂ ਨੂੰ ਬਾਣੀ ਦਾ ਪਿਆਰ ਬਖਸ਼ਿਸ਼ ਕਰਨ, ਨਿਤਨੇਮ ਦੀ ਦਾਤ ਬਖਸ਼ਿਸ਼ ਕਰਨ, ਅੰਮ੍ਰਿਤ ਵੇਲੇ ਦਾ ਪਹਿਰਾ ਤਕੜਾ ਕਰਨ, ਸਾਰਿਆਂ ਨੂੰ ਗੁਰੂ ਘਰ ਦਾ ਪਿਆਰ ਮਿਲੇ। ਗੁਰੂ ਘਰ ਦਾ ਪਿਆਰ ਮਿਲਣਾ ਇਹ ਵੀ ਬਹੁਤ ਵੱਡੀ ਪ੍ਰਾਪਤੀ ਹੈ। ਅੱਜ ਸਾਡੇ ਗੁਰਦੁਆਰੇ ਬਹੁਤ ਬਣ ਰਹੇ ਨੇ, ਪਰ ਗੁਰਦੁਆਰਿਆਂ ਵਿੱਚ ਸੰਗਤਾਂ ਦਾ ਪਹਿਰਾ ਸਵਾਇਆ ਹੁੰਦਾ ਜਾ ਰਿਹਾ ਹੈ। ਗੁਰਦੁਆਰੇ ਬਹੁਤੇ ਜ਼ਿਆਦਾ ਬਣਨ ਦਾ ਮਤਲਬ ਇਹ ਨਹੀਂ ਹੈ ਕਿ ਸਿੱਖੀ ਬਹੁਤ ਜ਼ਿਆਦਾ ਵੱਧ ਗਈ ਹੈ। ਗੁਰਦੁਆਰੇ ਬਹੁਤੇ ਬਣਨ ਦਾ ਕਾਰਨ ਇਹ ਹੈ ਕਿ ਧਰਮੀ ਅਖਵਾਉਣ ਵਾਲੇ ਆਪਸ ਵਿੱਚ ਪਾਟ ਗਏ ਹੈ। ਧਰਮੀ ਅਖਵਾਉਣ ਵਾਲਿਆਂ ਦੀ ਆਪਸ ਵਿੱਚ ਬਣਦੀ ਨਹੀਂ ਹੈ। ਧਰਮੀ ਅਖਵਾਉਣ ਵਾਲੇ ਗੁਰਦੁਆਰੇ ਜ਼ਿਆਦਾ ਵਧਾ ਰਹੇ ਨੇ, ਪਰ ਗੁਰਦੁਆਰਿਆਂ ਵਿੱਚ ਆਉਣ ਵਾਲੇ ਘਟੀ ਜਾ ਰਹੇ ਨੇ। ਗੁਰਦੁਆਰੇ, ਮੇਰੇ ਉਸਤਾਦ ਬਾਪੂ ਸੀਤਲ ਸਾਹਿਬ ਕਹਿੰਦੇ ਹੁੰਦੇ ਸੀ, ਕਹਿੰਦੇ ਧਰਮ ਸਥਾਨ ਖਾਲੀ ਪਏ ਨੇ ਪਰ ਹਸਪਤਾਲ ਭਰੇ ਪਏ ਨੇ। ਧਰਮ ਸਥਾਨ ਖਾਲੀ ਪਏ ਨੇ ਪਰ ਜੇਲਾਂ ਭਰੀਆਂ ਪਈਆਂ। ਕਿਸੇ ਦੀ ਲੜਾਈ ਹੋ ਜਾਵੇ ਤਾਂ ਜੱਜ 5-5 ਸਾਲ ਤਰੀਕਾਂ ਹੀ ਪਾਈ ਜਾਂਦਾ। ਕਿਸੇ ਬੰਦੇ ਨੇ ਹਾਈ ਕੋਰਟ ਦੇ ਜੱਜ ਨੂੰ ਪੁੱਛਿਆ, ਭਈ ਤੁਹਾਨੂੰ ਤਾਂ ਪਹਿਲੀ ਤਰੀਕ ਤੇ ਪਤਾ ਲੱਗ ਜਾਂਦਾ ਬੰਦਾ ਦੋਸ਼ੀ ਕਿਹੜਾ ਤੇ ਨਿਰਦੋਸ਼ ਕਿਹੜਾ, 5 ਸਾਲ ਤਰੀਕਾਂ ਕਿਉਂ ਪਾਉਨੇ ਹੋ? ਜੱਜ ਨੇ ਅੱਗੋਂ ਜਵਾਬ ਪਤਾ ਕਿਆ ਦਿੱਤਾ? ਕਹਿੰਦਾ ਯਾਰ ਕਿਆ ਕਰੀਏ, ਜੇਲ੍ਹ ਵਿੱਚ ਥਾਂ ਹੀ ਹੈ ਨਹੀਂ, ਸਜ਼ਾ ਕਿਹਨੂੰ ਸੁਣਾ ਦਈਏ, ਜੇਲ੍ਹਾਂ ਤਾਂ ਭਰੀਆਂ ਪਈਆਂ। ਧਰਮ ਸਥਾਨ ਖਾਲੀ ਪਏ ਨੇ ਤੇ ਜੇਲ੍ਹਾਂ ਭਰੀਆਂ ਪਈਆਂ। ਮੇਰੇ ਉਸਤਾਦ ਬਾਪੂ ਸੀਤਲ ਸਾਹਿਬ ਕਹਿੰਦੇ ਹੁੰਦੇ ਸੀ, ਜਿਹੜਾ ਧਰਮ ਸਥਾਨ ਤੇ ਆਏਗਾ ਉਹ ਹਸਪਤਾਲਾਂ ਵਿੱਚ ਜਾਣ ਤੋਂ ਵੀ ਬਚਾਅ ਉਹਦਾ ਹੋ ਜਾਂਦਾ ਹੈ, ਜਿਹੜਾ ਧਰਮ ਸਥਾਨ ਤੇ ਆਉਂਦਾ ਉਹਦਾ ਜੇਲ੍ਹਾਂ ਥਾਣਿਆਂ ਵਿੱਚ ਜਾਣ ਤੋਂ ਵੀ ਬਚਾਅ ਹੋ ਜਾਂਦਾ ਹੈ। ਕਿਉਂਕਿ ਧਰਮ ਸਥਾਨ ਤੇ ਆਈਏ ਤਾਂ ਕਿਆ ਖਾਣਾ ਚਾਹੀਦਾ, ਕਿਆ ਨਹੀਂ ਖਾਣਾ ਚਾਹੀਦਾ, ਸਾਨੂੰ ਸਿੱਖਿਆ ਮਿਲਦੀ ਹੈ। ਚੰਗਾ ਖਾਵਾਂਗੇ, ਹਸਪਤਾਲਾਂ ਦੀਆਂ ਦਵਾਈਆਂ ਘਟ ਜਾਣਗੀਆਂ। ਤੇ ਧਰਮ ਸਥਾਨ ਦੇ ਉੱਤੇ ਆ ਕੇ ਧਰਮ ਦੀ ਸਿੱਖਿਆ ਮਿਲਦੀ ਹੈ। ਸਮਾਜ ਵਿੱਚ ਕਿਵੇਂ ਵਿਚਰਨਾ, ਰਹਿਣੀ ਕਿੱਦਾਂ ਦੀ ਹੋਣੀ ਚਾਹੀਦੀ ਹੈ, ਕਰਨੀਨਾਮਾ ਕਿੱਦਾਂ ਦਾ ਹੋਣਾ ਚਾਹੀਦਾ, ਤੇ ਬੰਦਾ ਥਾਣਿਆਂ ਜੇਲ੍ਹਾਂ ਵਿੱਚ ਰੁਲਣ ਤੋਂ ਬਚ ਜਾਂਦਾ ਹੈ। ਵਾਹਿਗੁਰੂ ਕਿਰਪਾ ਕਰੇ ਆਪਾਂ ਨੂੰ ਸਾਰਿਆਂ ਨੂੰ ਧਰਮ ਸਥਾਨਾਂ ਦੀ ਦਾਤਾ ਜੀ ਮੁਹੱਬਤ ਬਖਸ਼ਿਸ਼ ਕਰਨਾ। ਬਖਸ਼ਿਸ਼ ਕੀਤਾ ਸਮਾਂ ਸਮਾਪਤੀ ਦੇ ਕਿਨਾਰੇ ਨੂੰ ਭੱਜ ਰਿਹਾ। 16 ਕੁ ਮਿੰਟ ਰਹਿੰਦੇ ਨੇ। ਮੈਂ ਇੱਕ ਕਵਿਤਾ ਆਪ ਜੀ ਦੀ ਸੇਵਾ 'ਚ ਹੋਰ ਕਹਿਣੀ ਹੈ, ਉਸ ਤੋਂ ਬਾਅਦ ਵਿੱਚ ਮੈਂ ਤੁਹਾਡੇ ਕੋਲੋਂ ਖਿਮਾ ਦਾ ਜਾਚਕ ਹੋ ਜਾਣਾ। ਸਤਿਗੁਰੂ ਸਾਡੀ ਤੁਹਾਡੀ ਗੁਰਮਤ ਦੀ ਸਾਂਝ ਇਸੇ ਤਰ੍ਹਾਂ ਪਾਈ ਰੱਖਣ। ਪ੍ਰਾਰਥਨਾ ਕਰ ਰਿਹਾ ਸੀ ਕਿ ਦਿੱਲੀ ਦੀ ਧਰਤੀ ਦੇ ਉੱਤੇ ਚਬੂਤਰਾ ਕੋਤਵਾਲੀ ਦੇ ਸਾਹਮਣੇ 100 ਸਿੱਖ ਰੋਜ਼ ਪੇਸ਼ ਕੀਤਾ ਜਾਂਦਾ। ਕਾਜੀ ਇਸਲਾਮ ਜਾਂ ਮੌਤ ਦੀ ਕਹਾਣੀ ਦੁਹਰਾਉਂਦਾ ਹੈ, ਪਰ ਸਿੱਖ ਹੱਸ ਹੱਸ ਕੇ ਮੌਤ ਪ੍ਰਵਾਨ ਕਰਦੇ ਹੈ, ਪਰ ਧਰਮ ਨੂੰ ਤਲਾਂਜਲੀ ਨਹੀਂ ਦੇ ਰਹੇ। ਅੱਜ ਦੇ ਸਿੱਖਾਂ ਦੀ, ਮੈਂ ਵੈਸੇ ਤੁਸੀਂ ਸਾਰੇ ਜਾਣਦੇ ਹੋ ਮੈਂ ਨੈਗੇਟਿਵ ਲੈਕਚਰ ਕਰਨ ਵਾਲਾ ਨਹੀਂ ਹੈ, ਮੈਂ ਨੈਗੇਟਿਵਿਟੀ ਦੀਆਂ ਗੱਲਾਂ ਬਹੁਤ ਘੱਟ ਕਰਦਾ ਹਾਂ। ਚੰਗੇ ਬੰਦਿਆਂ ਦੀ ਚਰਚਾ ਹੋਣੀ ਚਾਹੀਦੀ ਹੈ, ਪਰ ਦੁੱਖ ਦੀ ਗੱਲ ਹੈ ਕਿ ਚਰਚਾ ਨਕੰਮਿਆਂ ਦੀ ਜ਼ਿਆਦਾ ਹੁੰਦੀ ਹੈ। ਪਰ ਭੁੱਲਿਓ ਨਾ, ਸਮਾਜ ਨਕੰਮਿਆਂ ਨਾਲ ਨਹੀਂ ਚੱਲਦਾ, ਸਮਾਜ ਚੰਗਿਆਂ ਨਾਲ ਚੱਲਦਾ ਹੈ। ਸਮਾਜ ਚੰਗਿਆਂ ਨਾਲ ਚੱਲਦਾ, ਗੱਲ ਚੰਗਿਆਂ ਦੀ ਜ਼ਿਆਦਾ ਹੋਣੀ ਚਾਹੀਦੀ ਹੈ, ਪਰ ਆਪਾਂ ਸਾਰੇ ਚੰਗੇ ਬਣ ਜਾਈਏ। ਇਸ ਲਈ ਮੈਂ ਥੋੜੀ ਜਿਹੀ ਨਕੰਮਿਆਂ ਦੀ ਗੱਲ ਵੀ ਤੁਹਾਡੇ ਕੋਲੋਂ ਖਿਮਾ ਮੰਗ ਕੇ ਕਹਿਣ ਲੱਗਾ।
ਸਿਆਣੇ ਕਹਿੰਦੇ ਚੰਗਿਆਂ ਨਾਲ ਬੈਠੋ ਪਰ ਮੰਦਿਆਂ ਨਾਲ ਨਹੀਂ, ਮੰਦਿਆਂ ਨੂੰ ਸੁਧਾਰੋ ਪਰ ਡੰਡਿਆਂ ਨਾਲ ਨਹੀਂ, ਅਣਖ ਆਬਰੂ ਲਈ ਮਰੋ ਪਰ ਆਤਮ ਹੱਤਿਆ ਦੇ ਫੰਦਿਆਂ ਨਾਲ ਨਹੀਂ, ਪੁੰਨ ਦਾਨ ਕਰੋ ਪਰ ਦਿਖਾਵੇ ਦੇ ਚੰਦਿਆਂ ਨਾਲ ਨਹੀਂ, ਦੂਜਿਆਂ ਦੇ ਦਰਦ ਵੰਡਾਓ ਪਰ ਕੰਡਿਆਂ ਨਾਲ ਨਹੀਂ, ਜਿੱਤ ਦੇ ਨਿਸ਼ਾਨ ਗੱਡੋ ਪਰ ਖੂਨੀ ਝੰਡਿਆਂ ਨਾਲ ਨਹੀਂ। ਸਮੇਂ ਦੀ ਸਰਕਾਰ ਖੂਨੀ ਝੰਡੇ ਬੁਲੰਦ ਕਰਨਾ ਚਾਹੁੰਦੀ ਹੈ ਤੇ ਸਿੱਖਾਂ ਤੇ ਸਰਕਾਰਾਂ ਦੀ ਆਪਸ ਵਿੱਚ ਬਣਦੀ ਨਹੀਂ। ਸਿੱਖ ਕਹਿੰਦੇ ਨੇ ਕਿ ਝੰਡੇ ਬੁਲੰਦ ਸੱਚ ਦੇ ਹੋਣੇ ਚਾਹੀਦੇ ਆ। ਸੱਚ ਦੇ ਝੰਡੇ ਕਿਵੇਂ ਬੁਲੰਦ ਹੋਣ ਲੱਗੇ ਆ? ਖਵਾਜਾ ਕੁਤਬੁੱਦੀਨ ਮੁਖਤਿਆਰ ਕਾਕੀ ਦੀ ਮਜ਼ਾਰ ਦੇ ਨੇੜੇ ਜਦੋਂ ਆਪਾਂ ਪੁਰਾਣੀ ਦਿੱਲੀ ਤੋਂ ਸੀਸਗੰਜ ਸਾਹਿਬ ਨੂੰ ਜਾਈਏ ਨਾ, ਰਸਤੇ ਦੇ ਵਿੱਚ ਇੱਕ ਬਹੁਤ ਵੱਡੀ ਲਾਇਬ੍ਰੇਰੀ ਪੈਂਦੀ ਹੈ। ਉਹ ਲਾਇਬ੍ਰੇਰੀ ਵਾਲੀ ਜਿਹੜੀ ਥਾਂ ਆ, ਉਹ ਇੱਕ ਕਤਲੇਆਮ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਾਥੀਆਂ ਦਾ ਇੱਥੇ ਕਤਲ ਕੀਤਾ ਗਿਆ ਸੀ। ਸਤ ਸੰਗਤ, ਇਹ ਖਵਾਜਾ ਕੁਤਬੁੱਦੀਨ ਮੁਖਤਿਆਰ ਕਾਕੀ ਜੀ ਕੌਣ ਸਨ ਇਹ ਵੀ ਮੈਂ ਦੱਸ ਦੇਵਾਂ, ਬੜਾ ਮਾਣ ਹੋਏਗਾ। ਗੁਰਬਾਣੀ ਨੂੰ ਆਪਾਂ ਮੱਥਾ ਟੇਕਦੇ ਹਾਂ। ਗੁਰਬਾਣੀ ਲਿਖਣ ਵਾਲਿਆਂ ਵਿੱਚੋਂ ਸਭ ਤੋਂ ਪਹਿਲਾ ਲਿਖਾਰੀ ਜਿਹੜਾ ਹੈ ਉਹ ਸੱਚੇ ਪਾਤਸ਼ਾਹ ਭਗਤ ਫਰੀਦ ਜੀ ਮਹਾਰਾਜ ਹਨ। ਭਗਤ ਫਰੀਦ ਜੀ ਮਹਾਰਾਜ ਸਭ ਤੋਂ ਪਹਿਲੇ ਲਿਖਾਰੀ ਹਨ ਬਾਣੀ ਦੇ ਲਿਖਣ ਵਾਲਿਆਂ ਦੇ ਕਰਨੀਨਾਮੇ ਨੂੰ ਜਦੋਂ ਪੜ੍ਹਦੇ ਹਾਂ। ਤੇ ਖਵਾਜਾ ਕੁਤਬੁੱਦੀਨ ਮੁਖਤਿਆਰ ਕਾਕੀ ਜੀ ਬਾਬਾ ਫਰੀਦ ਜੀ ਮਹਾਰਾਜ ਦੇ ਗੁਰੂ ਸਨ, ਯਾਦ ਰੱਖਿਓ। ਬਾਬਾ ਫਰੀਦ ਜੀ ਮਹਾਰਾਜ ਦੇ ਮੁਰਸ਼ਿਦ ਦਾ ਨਾਮ ਹੈ ਖਵਾਜਾ ਕੁਤਬੁੱਦੀਨ ਮੁਖਤਿਆਰ ਕਾਕੀ ਜੀ। ਕਾਕੀ ਸਾਹਿਬ ਦੀ ਮਜ਼ਾਰ ਦੇ ਬਿਲਕੁਲ ਲਾਗੇ ਇੱਕ ਕਤਲੇਆਮ ਹੋਇਆ। 100 ਕਰਕੇ ਰੋਜ਼ ਸਾਰੇ ਸਿੱਖ ਕਤਲ ਕਰ ਦਿੱਤੇ ਗਏ। ਬਾਬਾ ਬੰਦਾ ਸਿੰਘ ਬਹਾਦਰ ਦੇ ਮੁਖੀ ਜਰਨੈਲਾਂ ਨੂੰ ਨਾਲ ਲੈ ਕੇ ਦਿੱਲੀ ਦੀਆਂ ਗਲੀਆਂ ਵਿੱਚ ਬਾਬਾ ਜੀ ਨੂੰ ਘੁਮਾਇਆ ਗਿਆ। ਐਲਾਨ ਕਰ ਦਿੱਤਾ ਗਿਆ ਕਿ 9 ਜੂਨ 1716 ਵਾਲੇ ਦਿਨ ਆਇਓ ਸਾਰੇ ਜਣੇ ਚਬੂਤਰਾ ਕੋਤਵਾਲੀ ਦੇ ਸਾਹਮਣੇ। ਇਹ ਜਿਹਨੇ ਮੁਗਲਿਆ ਹਕੂਮਤ ਨੂੰ ਲੋਹੇ ਦੇ ਚਣੇ ਚਵਾਏ ਆ, ਇਹਨੂੰ ਇਸਲਾਮ ਧਾਰਨ ਕਰਵਾਵਾਂਗੇ। ਕਾਜ਼ੀ ਕਲਮਾ ਪੜਨਗੇ ਮੌਲਵੀਆਂ ਦੀ ਹਾਜ਼ਰੀ ਵਿੱਚ, ਇਹਨੂੰ ਸਿੱਖੀ ਤੋਂ ਤੋੜ ਲਿਆ ਜਾਏਗਾ। ਸਾਡੇ ਕੋਲ ਬੜੇ ਡਰਾਵੇ ਨੇ, ਤੇ ਡਰਾਵੇ ਕਿਦਾਂ ਦੇ ਆ? ਉਹਨੂੰ ਕਹਿੰਦੇ ਆ ਜ਼ਬਾਨ ਕੰਬਦੀ ਆ। ਬਾਬਾ ਜੀ ਨੂੰ ਲਿਆ ਕੇ ਮੈਦਾਨ ਦੇ ਵਿੱਚ ਬਿਠਾ ਦਿੱਤਾ ਗਿਆ। ਬਾਬਾ ਜੀ ਨੇ ਚੌਂਕੜਾ ਮਾਰਿਆ। ਬਹੁਤ ਧਿਆਨ ਕੇਂਦਰਿਤ ਕਰਕੇ ਰੱਖਿਓ। ਇਹ ਗੱਲਾਂ ਮੈਂ ਤੁਹਾਡਾ ਕੋਈ ਮਨੋਰੰਜਨ ਕਰਨ ਵਾਸਤੇ ਜਾਂ ਤੁਹਾਨੂੰ ਇਮੋਸ਼ਨਲ ਬਲੈਕਮੇਲ ਕਰਨ ਵਾਸਤੇ ਨਹੀਂ ਕਹਿਣ ਲੱਗਾ। ਇਹ ਆਪਣੇ ਵੱਡਿਆਂ ਦੀ ਕਹਾਣੀ ਹੈ। ਇਹ ਉਹਨਾਂ ਦੀ ਗਾਥਾ ਆਪਾਂ ਸਾਰੇ ਜਣੇ ਜਿਨ੍ਹਾਂ ਦਾ ਦਿੱਤਾ ਖਾਂਦੇ ਆ। ਆਪਾਂ ਸਾਰੇ ਜਾਣੇ ਜਿਨ੍ਹਾਂ ਦਾ ਦਿੱਤਾ ਖਾਂਦੇ ਆ। ਤੁਹਾਡੇ ਚੋਂ ਕੋਈ ਨਹੀਂ ਕਹਿ ਸਕਦਾ, ਸਾਡੇ ਚੋਂ ਕੋਈ ਕਹਿ ਨਹੀਂ ਸਕਦਾ ਕਿ ਸਾਡੇ ਤੁਹਾਡੇ ਘਰਾਂ ਦੇ ਚੁੱਲ੍ਹੇ ਤੇ ਭੱਠੀਆਂ ਨਾਲ ਸ਼ਹੀਦਾਂ ਦੀ ਕਿਰਪਾ ਨਾਲ ਨਹੀਂ ਵਗਦੇ। ਆਪਾਂ ਸਾਰੇ ਜਣੇ ਇਹਨਾਂ ਸ਼ਹੀਦਾਂ ਦਾ ਦਿੱਤਾ ਖਾਂਦੇ ਆ। ਬਾਬਾ ਜੀ ਦੇ ਸਾਹਮਣੇ ਉਹਨਾਂ ਦਾ 4 ਸਾਲਾਂ ਦਾ ਪੁੱਤਰ ਅਜੇ ਸਿੰਘ ਲਿਆਂਦਾ ਗਿਆ। ਬਾਬਾ ਜੀ ਦੇ ਹੱਥ ਵਿੱਚ ਛੁਰੀ ਫੜਾਈ ਗਈ। ਕਹਿਣ ਲੱਗੇ ਬੰਦਾ ਸਿੰਘ ਇਸਲਾਮ ਪ੍ਰਵਾਨ ਕਰਦਾ ਹੈ? ਬਾਬਾ ਜੀ ਕਹਿਣ ਲੱਗੇ ਮੇਰੇ ਨਾਲ ਦੇ 700 ਵਿੱਚ ਕਿਸੇ ਨੇ ਨਹੀਂ ਪ੍ਰਵਾਨ ਕੀਤਾ ਤੇ ਤੁਹਾਨੂੰ ਆਪਣੇ ਆਪ ਹੀ ਸੋਚ ਲੈਣਾ ਚਾਹੀਦਾ, ਜੇ ਮੇਰੇ ਨਾਲ ਦਿਆਂ ਨੇ ਨਹੀਂ ਕੀਤਾ ਫਿਰ ਮੈਂ ਕਰ ਲਵਾਂਗਾ। ਮੇਰੇ ਨਾਲ ਆਉਣ ਵਾਲੇ ਸਾਰੇ ਸਿੱਖੀ ਤੋਂ ਕੁਰਬਾਨ ਹੋ ਗਏ। ਉਹ ਮੌਲਵੀ ਸ਼ਰਮ ਦਾ ਘਾਟਾ, ਤੈਨੂੰ ਅਕਲ ਨਹੀਂ? ਕਿਤੇ ਸੋਚ ਕੇ ਵੇਖ, ਜਿਹਦੇ ਨਾਲ ਦੇ ਨਹੀਂ ਥਿੜਕੇ ਮੈਂ ਕਿਵੇਂ ਥਿੜਕ ਜਾਵਾਂਗਾ। ਕਹਿਣ ਲੱਗੇ ਥਿੜਕਣ ਵਾਸਤੇ ਸਾਡੇ ਕੋਲ ਬੜੇ ਹਥਿਆਰ ਨੇ, ਤੈਨੂੰ ਡੁਲਾ ਦਿਆਂਗੇ। ਉਹਨਾਂ ਦੇ ਹੱਥ ਵਿੱਚ ਛੁਰੀ ਫੜਾ ਕੇ ਕਹਿਣ ਲੱਗੇ ਬੰਦਾ ਸਿੰਘ ਜੇ ਇਸਲਾਮ ਪ੍ਰਵਾਨ ਨਹੀਂ ਕਰਦਾ ਤੇ ਆਪਣੇ ਬੱਚੇ ਦਾ ਕਤਲ ਕਰ। ਬਾਬਾ ਅਜੇ ਸਿੰਘ ਦਾ 4 ਸਾਲਾਂ ਦਾ ਮਾਸੂਮ। ਬਾਬਾ ਬੰਦਾ ਸਿੰਘ ਕਹਿਣ ਲੱਗੇ ਖਾਲਸਾ ਤਾਂ ਦੁਸ਼ਮਣ ਦੇ ਬੱਚੇ ਤੇ ਵਾਰ ਨਹੀਂ ਕਰਦਾ। ਉਹ ਕਮਲਿਓ ਇਹ ਤਾਂ ਮੇਰਾ ਆਪਣਾ ਆ, ਇਹਦੇ ਉੱਤੇ ਮੈਂ ਵਾਰ ਕਿਉਂ ਕਰਾਂਗਾ? ਇਨਕਾਰ ਕਰਨ ਦੀ ਦੇਰ ਜਲਾਦਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਗੋਦ ਵਿੱਚ ਉਹਨਾਂ ਦਾ 4 ਸਾਲਾਂ ਦਾ ਬੱਚਾ ਲਿਟਾਇਆ। ਕਹਿੰਦੇ ਜ਼ਬਾਨ ਕੰਬਦੀ ਆ। ਬਾਪ ਦੀ ਗੋਦ ਵਿੱਚ ਲੇਟੇ ਹੋਏ ਪੁੱਤ ਦਾ ਕਾਲਜਾ ਕੱਢਣ ਵਾਸਤੇ ਜਲਾਦ ਛੁਰੀਆਂ ਮਾਰਨ ਲੱਗੇ ਨੇ। ਇੱਥੇ ਜੋ ਜ਼ਾਲਮ ਜ਼ੁਲਮ ਕਰਦੇ ਨੇ ਉਸ ਦੀ ਤੇ ਤਸਵੀਰ ਹੈ ਹੀ, ਪਰ ਇੱਕ ਸ਼ਬਦ ਕਹਿਣਾ ਚਾਹੁੰਦਾ ਹੈ, ਇਹ ਬਾਬਾ ਬੰਦਾ ਸਿੰਘ ਉਹੋ ਹੀ ਹੈ ਜਿਹੜਾ ਹਿਰਨੀ ਦੇ ਤੜਫਦੇ ਬੱਚੇ ਦੇਖ ਕੇ ਜਰ ਨਹੀਂ ਸਕਿਆ ਸੀ, ਪਰ ਅੱਜ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਿਆ। ਅੱਜ ਗੁਰੂ ਗੋਬਿੰਦ ਸਿੰਘ ਦਾ ਪੁੱਤ ਬਣਿਆ। ਖੰਡੇ ਬਟੇ ਦੀ ਪੌਲ ਲਈ ਜਿਹੜਾ ਹਿਰਨੀ ਦੇ ਤੜਫਦੇ ਬੱਚੇ ਵੇਖ ਕੇ ਜਰ ਨਹੀਂ ਸਕਿਆ, ਅੱਜ ਉਹ ਆਪਣੇ ਬੱਚੇ ਦਾ ਕਤਲ ਹੁੰਦਾ ਆਪਣੀਆਂ ਅੱਖਾਂ ਨਾਲ ਵੇਖਦਾ, ਪਰ ਉਹ ਡੋਲਦਾ ਨਹੀਂ। ਇੱਕ ਵਾਰ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਉਹ ਥਿੜਕਿਆ ਨਹੀਂ, ਘਬਰਿਆ ਨਹੀਂ। 3 ਗੁਰੂ ਪਹਿਲਾਂ ਧਾਰਨ ਕੀਤੇ ਸਨ, ਤਸੱਲੀ ਨਹੀਂ ਸੀ ਹੋਈ। ਅੱਜ 4ਥੇ ਗੁਰੂ ਦੇ ਲੜ ਲੱਗਾ। ਕਿੱਡਾ ਚਟਾਨ ਵਰਗਾ ਜਿਗਰਾ ਬਣਿਆ। ਬਾਬਾ ਬੰਦਾ ਸਿੰਘ ਬਹਾਦਰ ਦੀ ਗੋਦ ਵਿੱਚ ਲੇਟੇ ਉਹਨਾਂ ਦੇ 4 ਸਾਲਾਂ ਦੇ ਭੁਚੰਗੀ ਦਾ ਕਤਲ ਕਰ ਦਿੱਤਾ ਗਿਆ, ਸ਼ਹੀਦ ਹੋ ਗਿਆ ਬਾਬਾ ਅਜੈ ਸਿੰਘ।
बाबा अजय सिंह के पेट के विचों रुग भर के आंदरां का गुस्सा कढ़ के बाबा जी के गल विच आंदरां का हार पा दिता गया। बाबा बंदा सिंह बहादुर की मूँह विच बाबा बंदा सिंह बहादुर के मूँह विच पुत्र के कालजे नूं कढ़ के टुकड़े करके उन्होंने मूँह विच तुन्निया गया। सत संगत इतिहास विच इत्थों तक लिखिया है कि उन्होंने पुत्र के लहू का तिलक बाबा जी के मत्थे के उत्ते लाया ते पुत्र के लहू के छिट्टे बाप के मूँह के उत्ते मारे गए। बाबा बंदा सिंह बहादुर खिड़खिड़ा के हसे। बादशाह फरख्शर कहन लगा, बंदा सिंह पागल हो गया जापदा है, तेरा पुत मार दिता, तू कहता मैं थिड़कदा नहीं, वेख तेरा दिमाग खराब हो गया, तू हस रहा है। बाबा बंदा सिंह बहादुर कहन लगे, मैं थिड़किया नहीं, मैं डोलिया नहीं, मैं पागल नहीं होया, मैं होश में है। वो कहन लगे फिर हस्या क्यों? कहन लगे हस्या इस गलते कि बादशाह फरख्शर तू हार गया ते मैं जित गया। बादशाह फरख्शर हैरान होके कहन लगा, कहंदा तू कि मैं जित गया, तेरे चारे पासे पैरा लगा, तेरी जिंदगी कुछ घड़ियां बाकी है, तेरा पुत मार दिता असी, तेरे गल विच तेरे पुत दियां आंदरां दा हार है, तू कि मैं जित गया। बाबा बंदा सिंह बहादुर कहन लगे, बादशाह फरख्शर तू भुलदा है, जेतुआं दे गलां विच हार पाए जांदे ने, अज भावें तू मेरे गल विच मेरे पुत दियां आंदरां दा हार पाया, पर मेरे गल विच हार पाया है, इसलिए तू हार गया ते मैं जित गया। याद रख, जेतुआं दे मत्थे ते तिलक लगदे ने, भावें तू मेरे पुत दे लहू दा तिलक लाया, पर मेरे मत्थे दे उत्ते तिलक लगा, मैं जित गया। नाल बाबा बंदा सिंह बहादुर कहन लगे, कहंदे फरख्शर जेतुआं दे मूँह विच कुछ पाया जांदा, मिठा पाया जांदा है कि तुहाडा मूँह मिठा करवाइए, अज भावें तू मेरे मूँह विच सजना मेरे पुत दा कालजा पाया है, पर तू मेरे मूँह विच कुछ पाया है, इसलिए तू हार गया ते मैं जित गया। ये गल हुण बर्दाश्त नहीं सी हो सकती। फरख्शर आपा गवा के कहन लगा है, कहंदा बंदा सिंह एक बार बोल के दस तेनों किदां दी सजा दईए, तू किदां मरना चाहुंदा है? ते काजी आखरिया तेनों मौत की सजा देन लगे। बाबा जी कहते सजा तो वह होंदी जिहड़ी मैनू मिले पर तेनू ना मिले, मौत सजा थोड़ी है, मौत ते कमलिया सब ते आउणी है। जां तक काजी कहे तू नहीं मरना, तू भी मरना ही है, मौत तो सब ते आउणी है। संसार दे उत्ते मैं पहला गल कही है, दो मौतां ने, एक वो गुरमुख जन्म सवार दरगाह चलिया, एक वो जिन्होंने कहने वड्डा हुआ दुनीदार गल संगल कत चलाया। चलिया अते चलाया दोनों का फर्क समझ लियो, ऐ नहीं कि शराब पी के मर गया तो उत्थे भी शब्द पढ़ी जाइए गुरमुख जन्म सवार दरगाह चलिया। चलिया अते चलाया च फर्क बड़ा। आ वेख्यो कि मैं जन्म सवार के चलिया बाबा बंदा सिंह। कहन लगे फरख्शर जिद्दां दी मौत तू अपने आप वास्ते चाहुंदा है, उदां दी मेरे वास्ते चुन लै। लो जी, फरख्शर वाकई 3 महीनों बाद अपने सके भरावां दे हत्थों इदां मरिया सी जिवें ये बाबा बंदा सिंह बहादुर नूं हुण शहीद करन लगा है। जेड़े जेड़े जुल्म इन्हें बंदा सिंह के उत्ते करने आ, वो सारे जुल्म ये सके भरावां ने ये उत्ते 3 महीनों बाद करने हैं। बाबा जी के उत्ते केड़ा केड़ा अत्याचार किया। नक्शाब जी की सेवा में सिंह कहन लगे आ, ढाडी कला की सुंदर बन गई है रसालू, रसालू की तर्ज उत्ते गाउण लगे आ। बाबा जी की सब तो पहला खब्बी अख कड्डी गई। वेखना सत संगत कैसा मंजर है। अज तक कनेडा के वीजे वास्ते साडे सिखां दे बच्चे केस कतल कराउण नूं तैयार है ना, अपने पुत की मौत नूं तक के भी डोलिया नहीं सूरमा। सत संगत पहला खब्बी अख कड्डी गई, फिर सज्जा पैर वड्डिया गया, उस तो बाद विच उन्हां दी सज्जी अख कड्डी जाती है, फिर खब्बा पैर वड्डिया जाता है। अरदास में जुड़े हथ पापियां ने वड्ड देने हैं, जंबूरे गर्म करके जिउंदे शरीर तो मांस दीयां बोटियां तोड़नियां। एवें नहीं याद किया जाता उन्होंने, एवें नहीं उन्होंने गुरुद्वारे बन गए। बाबा बंदा सिंह बहादुर अपने लहू का आखिरी कतरा धर्म तो कुर्बान करने जा रहा है। अज कई कड़म चौधरी कहते जी वो मर्यादा तो भगौड़ा हो गया सी, वो कमलियो मर्यादा तो भगौड़ा तो सरकार करना चाहती है, तो सरकार जे वो धर्म तो भगौड़ा हो गया तो फिर वो शहीदी किस खाते पाओगे। ये तो सरकारों ने चाल चली उन्होंने बदनाम करने वास्ते। बाबा बंदा सिंह बहादुर अपने लहू का आखिरी कतरा धर्म के उत्तों किवें कुर्बान कर रहा। ज्ञानी स्वरूप सिंह कड़ियाणा का ढाडी जत्था आप जी की सेवा च है यो पेश करता है।
ਨਾ ਸੱਚ ਦਬਾਉਣਾ ਲੋਚਿਆ ਹੈ ਬੰਦਾ ਸਿੰਘ ਨੂੰ ਮਾਰ ਉਹਦੀਆਂ ਦੋਵੇਂ ਅੱਖਾਂ ਕੱਢ ਕੇ
ਵਿੱਚ ਜਿੰਨੀ ਸੰਗਤ ਹਾਜ਼ਰੀ ਭਰ ਰਹੀ ਹੈ ਜਾਂ ਕੋਈ ਇੰਟਰਨੈਟ ਮਾਧਿਅਮ ਰਾਹੀਂ ਲਾਈਵ ਟੈਲੀਕਾਸਟ ਵੇਖ ਰਿਹਾ ਹੈ, ਆਓ ਸਾਰੇ ਜਣੇ ਭਾਵਨਾ ਬਣਾ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਇੱਕ ਵਾਰ ਨਮਸਕਾਰ ਕਰੀਏ। ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਮਰ ਪਦਵੀ ਪਾ ਗਏ, ਸ਼ਹਾਦਤ ਦਾ ਜੰਮ ਪੀ ਗਏ, ਧਰਮ ਨੂੰ ਬੱਟਾ ਨਹੀਂ ਲਾ ਕੇ ਗਏ। ਆਪਣੇ ਧਰਮ ਨੂੰ ਰੋਸ਼ਨਾਉਣ ਵਾਲੇ ਬੰਦੇ ਆਪ ਰੋਸ਼ਨ ਮਨਾਰਾ ਬਣ ਜਾਂਦੇ ਨੇ। ਜਿੱਦਾਂ ਦੇ ਗੁਰਦੁਆਰਾ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਨ, ਉਦਾਂ ਦੇ ਗੁਰਦੁਆਰੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਹਨ। ਉਦਾਂ ਦੇ ਗੁਰਦੁਆਰੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਹਨ। ਜਿੱਦਾਂ ਦਾ ਗੁਰਦੁਆਰਾ ਗੁਰੂ ਨਾਨਕ ਸਾਹਿਬ ਦਾ, ਉਦਾਂ ਦਾ ਗੁਰਦੁਆਰਾ ਭਾਈ ਲਾਲੋ ਜੀ ਦਾ ਹੈ। ਸਤ ਸੰਗਤ, ਦੋਨਾਂ ਵਿੱਚ ਕੋਈ ਫਰਕ ਨਹੀਂ ਹੈ। ਜਿੱਦਾਂ ਦਾ ਗੁਰਦੁਆਰਾ ਗੁਰੂ ਅਰਜਨ ਦੇਵ ਦਾ, ਉਦਾਂ ਦਾ ਹੀ ਗੁਰਦੁਆਰਾ ਭਾਈ ਮੰਝ ਜੀ ਦਾ। ਸਤ ਸੰਗਤ, ਇੱਥੇ ਹਰ ਹਰਜਨ ਦੁਈ ਇੱਕ ਹੈ। ਬਿਬ ਵਿਚਾਰ ਕਿਛ ਨਾਹੇ, ਜਲ ਤੇ ਉਪਜ ਤਰੰਗ ਜਿਉ, ਜਲ ਹੀ ਵਿਖੇ ਸਮਾਹੇ। ਇੰਨੀ ਕੁ ਸੇਵਾ ਪ੍ਰਵਾਨ ਕਰਨੀ ਜੀ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬੜੀ ਕਿਰਪਾ ਕੀਤੀ ਹੈ, ਤੁਸੀਂ ਬਹੁਤ ਪਿਆਰ ਬਖਸ਼ਿਆ। ਮੈਂ ਆਪ ਸਮੁੱਚੀ ਸੰਗਤ ਦੀ ਚੜ੍ਹਦੀ ਕਲਾ ਦੀ ਗੁਰੂ ਚਰਨਾਂ ਵਿੱਚ ਅਰਦਾਸ ਕਰਦਾ। ਪੂਰੇ ਪ੍ਰੋਗਰਾਮ ਵਿੱਚ ਜਿੰਨੀਆਂ ਗੱਲਾਂ ਤੁਹਾਨੂੰ ਚੰਗੀਆਂ ਲੱਗੀਆਂ ਉਹ ਆਪਣੇ ਵੱਡ ਪੁਰਖਿਆਂ ਦੀਆਂ ਹਨ। ਜਿਹੜੀਆਂ ਗੱਲਾਂ ਤੁਹਾਨੂੰ ਚੰਗੀਆਂ ਨਾ ਲੱਗੀਆਂ ਹੁਣ ਉਹ ਸਾਡੀਆਂ ਗਲਤੀਆਂ ਹਨ। ਅਸੀਂ ਆਪਣੀਆਂ ਗਲਤੀਆਂ ਦੀ ਚਾਰੇ ਭਰਾ ਤੁਹਾਡੇ ਕੋਲੋਂ ਹੱਥ ਜੋੜ ਕੇ ਮਾਫੀ ਮੰਗਦੇ ਹਾਂ। ਇਧਰਲੇ ਪਾਸੇ ਢਾਡੀ ਸਾਥੀ ਸ਼ਰਨਜੀਤ ਸਿੰਘ ਕੰਗ, ਇਧਰਲੇ ਪਾਸੇ ਢਾਡੀ ਸਾਥੀ ਕਰਮਜੀਤ ਸਿੰਘ ਕੰਗ, ਦੋਨੋਂ ਸਕੇ ਭਾਈ ਮਖੂ ਸ਼ਹਿਰ ਤੋਂ ਹਨ। ਸਰੰਗੀ ਮਾਸਟਰ ਗੁਰਚਰਨ ਸਿੰਘ ਚੰਨ ਮੋਗਾ ਜ਼ਿਲ੍ਹੇ ਦੇ ਵਿੱਚ ਧਰਮਕੋਟ ਦੇ ਲਾਗੇ ਪਿੰਡ ਹੈ ਜਿੰਦੜਾ, ਉੱਥੋਂ ਹਨ। ਤੇ ਦਾਸ ਹਮ ਅਬਗੁਣ ਭਰੇ ਏਕ ਗੁਣ ਨਾਹੀ, ਸਰੂਪ ਸਿੰਘ ਕੜਿਆਣਾ, ਪਿੰਡ ਤੇ ਡਾਕਖਾਨਾ ਕੜਿਆਣਾ, ਤਹਿਸੀਲ ਫਲੌਰ, ਜ਼ਿਲ੍ਹਾ ਜਲੰਧਰ। ਬਾਬਾ ਨਾਗਰ ਸਿੰਘ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਅਤੇ ਸਤਿਕਾਰਯੋਗ ਗਿਆਨੀ ਸੁਖਵੰਤ ਸਿੰਘ ਜੀ ਵਿਦੇਸ਼ ਚਲੇ ਗਏ ਨੇ। ਅੱਜ ਦੇ ਪ੍ਰੋਗਰਾਮ ਵਾਸਤੇ ਉਹਨਾਂ ਨੂੰ ਬੜਾ ਫਿਕਰ ਸੀ, ਉਹਨਾਂ ਬੜੇ ਟੈਲੀਫੋਨ ਕੀਤੇ। ਭਾਈ ਧਰਮ ਸਿੰਘ ਜੀ ਉਹਨਾਂ ਨੇ ਬੜੇ ਟੈਲੀਫੋਨ ਕੀਤੇ। ਸਤਿਕਾਰਯੋਗ ਭਾਈ ਗੁਰਪਾਲ ਸਿੰਘ ਜੀ ਉਹਨਾਂ ਨੇ ਬੜੇ ਫੋਨ ਕੀਤੇ। ਵੈਸੇ ਮੈਨੂੰ ਬੜਾ ਚਾਅ ਹੁੰਦਾ ਬਾਬਾ ਅਗੜ ਸਿੰਘ ਸਾਹਿਬ ਜੀ ਦਾ। ਜਦੋਂ ਅਸੀਂ ਇਤਿਹਾਸ ਸੁਣਾਉਂਦੇ ਹਾਂ ਤਾਂ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਤੇ ਇਹਨਾਂ ਦੀਆਂ ਬਾਤਾਂ ਸੁਣਾ ਸੁਣਾ ਕੇ ਆਪਣੇ ਟੱਬਰ ਪਾਲਦੇ ਹਾਂ। ਇਹਨਾਂ ਮਹਾਂਪੁਰਖਾਂ ਦੇ ਘਰ ਵਿੱਚ ਆਉਣ ਵਾਸਤੇ ਤੇ ਮਨ ਵਿੱਚ ਆਪ ਹੀ ਸ਼ਰਧਾ ਉਮੜ ਪੈਂਦੀ ਹੈ। ਸਾਡੇ ਵੱਡੇ ਭਾਗ ਹਨ ਇਸ ਸਥਾਨ ਦੇ ਉੱਤੇ ਆਪ ਜੀ ਦੀਆਂ ਰੱਬ ਵਰਗੀਆਂ ਜੁੜੀਆਂ ਹੋਈਆਂ ਸੰਗਤਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਦਰਸ਼ਨ ਕੀਤੇ ਹਨ। ਆਪ ਜੀ ਦਾ ਕੋਟਨ ਕੋਟ ਧੰਨਵਾਦ ਹੈ। ਸਾਰੀ ਸੰਗਤ ਸਾਡੀਆਂ ਗਲਤੀਆਂ ਦੇ ਉੱਤੇ ਰਹਿਮਤ ਦਾ ਪਰਦਾ ਪਾਓ। ਸਾਊਂਡ ਵਾਲੇ ਵੀਰ ਦਾ ਬਹੁਤ ਬਹੁਤ ਧੰਨਵਾਦ। ਅਗਲਾ ਪ੍ਰੋਗਰਾਮ ਸੈਕਟਰੀ ਸਾਹਿਬ ਤੁਹਾਡੇ ਸਾਹਮਣੇ ਬੜਾ ਸੁਹਾਵਣਾ ਲੈ ਕੇ ਆ ਰਹੇ ਹੈ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਲਖਵਿੰਦਰ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲੇ। ਮੇਰੀ ਗੱਡੀ ਦੇ ਵਿੱਚ ਗਿਆਨੀ ਜੀ ਤੁਹਾਡਾ ਗਾਇਆ ਹੋਇਆ ਕੀਰਤਨ ਹੀ ਵੱਜਦਾ ਰਹਿੰਦਾ। ਤੁਹਾਡੇ ਗਾਏ ਹੋਏ ਕੀਰਤਨ ਨੂੰ ਅਸੀਂ ਸੁਣੀ ਜਾਈਦਾ, ਜੀ ਕਰਦਾ ਹੋਰ ਸੁਣੀ ਜਾਈਏ, ਹੋਰ ਸੁਣੀ ਜਾਈਏ। ਗੁਰੂ ਸਾਹਿਬ ਤੁਹਾਨੂੰ ਹੋਰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਆਓ ਗੱਜ ਵੱਜ ਕੇ ਸਾਰੀ ਸੰਗਤ ਕਹੋ ਜੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸਾਹਿਬਾਂ ਦੇ ਗੁਰ ਇਤਿਹਾਸ ਢਾਡੀ ਵਾਰਾਂ ਦੁਆਰਾ ਉਸ